कि पोल्यूशन ਲਈ ਨਾ ਤਾਂ ਸਿਰਫ ਪਰਾਲੀ ਜ਼ਿੰਮੇਵਾਰ ਹੈ ਤੇ ਐਦਾਂ ਵੀ ਨਹੀਂ ਹੈ ਕਿ ਪਰਾਲੀ ਜ਼ਿੰਮੇਵਾਰ ਨਹੀਂ। ਦੇਖੋ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਈ ਨੋ ਡਾਊਟ ਕੁਝ ਗੈਸਸ ਪ੍ਰੋਡਿਊਸ ਹੋਈਆਂ ਜਿਵੇਂ ਕਾਰਬਨ ਡਾਈਆਕਸਾਈਡ ਹੈ ਕਾਰਬਨ ਮੋਨੋਆਕਸਾਈਡ ਹੈ ਉਹ ਗੈਸਾਂ ਪ੍ਰੋਡਿਊਸ ਹੋਈਆਂ ਪਰ ਉਹਦੇ ਨਾਲੋਂ ਜ਼ਿਆਦਾ ਡੇਂਜਰਸ ਜਿਹੜੀਆਂ ਗੈਸਸ ਨੇ ਉਹ ਸਾਡੀਆਂ ਚਿਮਨੀਆਂ ਚੋਂ ਨਿਕਲ ਰਹੀਆਂ ਨੇ ਜਿਹੜੀਆਂ ਫੈਕਟਰੀਆਂ ਦੀਆਂ ਨੇ। ਉਹਦੇ ਤੋਂ ਜ਼ਿਆਦਾ ਪੋਲੂਸ਼ਨ ਸਾਡੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਕਰ ਰਹੇ ਨੇ ਜੀ। ਪਰ ਮੈਨੂੰ ਦੋ ਤਿੰਨ ਚੀਜ਼ਾਂ ਅੱਜ ਵੀ ਨਹੀਂ ਸਮਝ ਆਈਆਂ ਕਿ ਜਿਹੜਾ ਝੋਨੇ ਦੇ ਪਰਾਲੀ ਦਾ ਧੂਆਂ ਪੰਜਾਬ ਤੋਂ ਹੋ ਰਿਹਾ ਸਿਰਫ ਉਹੀ ਦਿੱਲੀ ਨੂੰ ਪੋਲਿਊਟ ਕਰ ਰਿਹਾ। ਹੁਣ ਨਾ ਤਾਂ ਪਾਕਿਸਤਾਨ ਦਾ ਬਾਰਡਰ ਟੱਪ ਕੇ ਆਉਂਦਾ ਕਿਉਂਕਿ ਪਾਕਿਸਤਾਨ ਵਿੱਚ ਵੀ ਤਾਂ ਝੋਨਾ ਹੈ ਉਹ ਵੀ ਤਾਂ ਅੱਗ ਲਾਉਂਦੇ ਨੇ, ਨਾ ਤਾਂ ਉਹ ਬਾਰਡਰ ਟੱਪਦਾ ਕਿਉਂਕਿ ਉਹਨੂੰ ਪਤਾ ਹੈ ਤਾਂ ਇੰਡੀਆ ਸ਼ੁਰੂ ਹੋ ਗਿਆ, ਨਾ ਉਹ ਪੰਜਾਬ ਤੋਂ ਬਾਅਦ ਹਰਿਆਣਾ ਜਿਹੜਾ ਹੈ ਉਹਦੇ ਵਿੱਚੋਂ ਹੁੰਦਾ ਹੈ ਕਿਉਂਕਿ ਉਹਨੂੰ ਪਤਾ ਹੋ ਗਿਆ ਵੀ ਹੁਣ ਨਵੀਂ ਸਟੇਟ ਸ਼ੁਰੂ ਹੋ ਗਈ ਹੈ। ਜਦੋਂ ਗ੍ਰੀਨ ਰੈਵੋਲੂਸ਼ਨ ਆਉਂਦੀ ਹੈ ਤਾਂ ਝੋਨਾ ਜਿਹੜਾ ਹੈ ਪੰਜਾਬ ਦੇ ਉੱਤੇ ਥੋਪ ਦਿੱਤਾ ਜਾਂਦਾ। ਗੱਡੀ ਹੈ ਉਹਦੇ ਵਿੱਚੋਂ ਜਦੋਂ ਵਹੀਕਲ ਚੱਲਦੇ ਨੇ ਗੈਸਾਂ ਨਿਕਲਦੀਆਂ ਨੇ ਉਹ ਸ਼ਾਇਦ ਜ਼ਿਆਦਾ ਡੇਂਜਰਸ ਹੈ ਸਾਡੀ ਪਰਾਲੀ ਦੀ ਅੱਗ। ਪਰਾਲੀ ਜਲਣੀ ਜਿਹੜੀ ਹੈ ਉਹ ਇੱਕ ਗਲਤ ਕੰਮ ਹੈ, ਗਲਤੀ ਕੰਮ ਹੈ, ਉਹਨੂੰ ਸਹੀ ਨਹੀਂ ਕੰਮ ਪਰ ਉਹ ਕਿਸਾਨ ਦੀ ਮਜਬੂਰੀ ਹੈ ਕਿ ਗਵਰਨਮੈਂਟ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਝੋਨੇ ਨੂੰ ਲਾਣਾ ਛੱਡੋ ਪਰ ਦੂਜੇ ਪਾਸੇ ਸਾਡੀਆਂ ਕਈ ਐਗਰੀਕਲਚਰ ਯੂਨੀਵਰਸਿਟੀਆਂ ਹਰ ਸਾਲ ਰਿਸਰਚ ਦਾ ਮੈਕਸਿਮਮ ਫੰਡ ਜਿਹੜਾ ਹੈ ਉਹ ਝੋਨੇ ਤੇ ਲਾਉਂਦੀਆਂ। ਪੰਜਾਬ ਸਰਕਾਰ ਦਾ ਬਿਆਨ ਆਇਆ ਸੀ ਕਿ ਕੇਂਦਰ ਸਰਕਾਰ ਸਾਨੂੰ ਸਪੋਰਟ ਨਹੀਂ ਕਰਦੀ ਤਾਂ ਕਿਤੇ ਨਾ ਕਿਤੇ ਇਹ ਸਰਕਾਰਾਂ ਦਾ ਵੀ ਫੇਲਿਅਰ ਹੈ ਹੀ। ਸਾਰਾ ਕੁਝ ਅਸੀਂ ਸਰਕਾਰਾਂ ਤੇ ਨਹੀਂ ਛੱਡ ਸਕਦੇ। ਕਿਸਾਨਾਂ ਨੂੰ ਗਾਈਡ ਕਰਨਾ ਸਿਖਲਾਈ ਦੇਣਾ ਇਹ ਕਿਹਦੀ ਡਿਊਟੀ ਰਹਿੰਦੀ। ਸਾਨੂੰ ਨਾ ਸਿਰਫ ਪਰਾਲੀ ਬਾਰੇ ਸੋਚਣਾ ਪਏਗਾ, ਸਾਨੂੰ ਘਟ ਰਹੇ ਦਰਖਤਾਂ ਬਾਰੇ ਵੀ ਸੋਚਣਾ ਪਏਗਾ ਕਿ ਅਸੀਂ ਤੂੜੀ ਤੇ ਪਰਾਲੀ ਤੋਂ ਖੁੰਬਾਂ ਉਗਾ ਰਹੇ ਉਹਨਾਂ ਦੇ ਵਿੱਚ ਖੁੰਬਾਂ ਉਗਾਈਆਂ ਜਾ ਸਕਦੀਆਂ ਕਿ ਜਦੋਂ ਅਸੀਂ ਇਨੀਸ਼ੀਅਲ ਸਟੇਜ ਤੇ ਕੰਮ ਨਹੀਂ ਕਰਾਂਗੇ, ਜਦੋਂ ਉਹਦੀ ਪਰਾਲੀ ਦੀ ਕਲੈਕਸ਼ਨ ਤੇ ਕੰਮ ਨਹੀਂ ਕਰਾਂਗੇ ਉਨੀ ਦੇਰ ਤੱਕ ਅਸੀਂ ਜੋ ਮਰਜ਼ੀ ਸ਼ੁਰੂ ਕਰ ਲਈਏ ਉਹਦਾ ਕੋਈ ਹਾਂ। ਪਰ ਜੇ ਅਸੀਂ ਬੰਦ ਕਰਨਾ ਚਾਹੁੰਦੇ ਆ ਝੋਨੇ ਨੂੰ ਜਾਂ ਪਰਾਲੀ ਨੂੰ ਤਾਂ ਫਿਰ ਡੈਫੀਨੇਟਲੀ ਸਾਨੂੰ ਉੱਤੇ ਕੰਮ ਨਹੀਂ ਬੰਦ ਕਰਨਾ। ਸਤਿ ਸ਼੍ਰੀ ਅਕਾਲ, ਮੈਂ ਜਸਦੀਪ ਸਾਰਿਆਂ ਦਾ ਸਵਾਗਤ ਕਰਦੀ ਆ। ਅੱਜ ਪੰਜਾਬ ਦੇ ਨਾਲ-ਨਾਲ ਹੋਰ ਰਾਜਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਹੈ ਪਰਾਲੀ ਜਲਾਉਣ ਦੀ ਸਮੱਸਿਆ। ਤੇ ਪਿੱਛੇ ਜੇ ਤਿਉਹਾਰ ਲੰਘੇ ਗਏ ਨੇ, ਦੁਸ਼ਹਿਰਾ ਵੀ ਲੰਘੇ, ਦੀਵਾਲੀ ਵੀ ਲੰਘੇ ਤੇ ਹੁਣ ਜਿਹੜੀ ਹੈ ਪਰਾਲੀ ਉਹ ਕਿਸਾਨਾਂ ਵੱਲੋਂ ਜਲਾਈ ਜਾ ਰਹੀ ਹੈ ਜਿਹਦੇ ਕਰਕੇ ਜਿਹੜਾ ਇਹ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਰਿਹਾ ਹੈ। ਸਰਕਾਰਾਂ ਜਿਹੜੀਆਂ ਨੇ ਉਹ ਸਿੱਧਾ ਦਾ ਸਿੱਧਾ ਕਿਸਾਨਾਂ ਨੂੰ ਦੋਸ਼ੀ ਠਹਿਰਾ ਰਹੀਆਂ ਨੇ ਔਰ ਪੰਜਾਬ ਦਾ ਨਾਮ ਹੈ ਜਿਹੜਾ ਵਾਰ-ਵਾਰ ਲਿਆ ਜਾ ਰਿਹਾ ਹੈ। ਪੰਜਾਬ ਤੇ ਹਰਿਆਣੇ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੀ ਵਜ੍ਹਾ ਕਰਕੇ ਪੋਲਿਊਸ਼ਨ ਹੋ ਰਿਹਾ ਪਰ ਜ਼ਿਆਦਾ ਜਿਹੜਾ ਹੈ ਉਹ ਪੰਜਾਬ ਨੂੰ ਕਿਹਾ ਜਾ ਰਿਹਾ ਹੈ। ਸਾਡੇ ਨਾਲ ਅੱਜ ਮੌਜੂਦ ਨੇ ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਜੁਝਾਰ ਸਿੰਘ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਫੈਕਟਰ ਨੇ ਜਿਹੜੇ ਇਹਦੇ ਵਿੱਚ ਆਉਂਦੇ ਨੇ, ਕੌਣ ਜ਼ਿੰਮੇਵਾਰ ਹੈ ਤੇ ਫਿਰ ਇਹਦਾ ਸੋਲੂਸ਼ਨ ਕੀ ਹੈ। ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ। ਧੰਨਵਾਦ ਸਰ। ਤਿਉਹਾਰ ਲੰਘ ਕੇ ਗਏ ਨੇ, ਦੁਸ਼ਹਿਰਾ ਵੀ, ਦੀਵਾਲੀ ਵੀ ਤੇ ਹੁਣ ਜਿਹੜੀ ਹੈ ਉਹ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਕਟਾਈ ਹੋ ਰਹੀ ਹੈ, ਮੰਡੀਆਂ ਦੇ ਵਿੱਚ ਝੋਨਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਕਿਸਾਨਾਂ ਵੱਲੋਂ ਪਰਾਲੀ ਜਲਾਈ ਜਾ ਰਹੀ ਹੈ ਜੀ। ਤੇ ਤੁਸੀਂ ਕੀ ਫੈਕਟਰ ਦੇਖਦੇ ਹੋ ਕਿ ਪ੍ਰਦੂਸ਼ਣ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਫੈਕਟਰ ਹੈ ਜਿਹੜਾ ਇਫੈਕਟ ਕਰ ਰਿਹਾ ਹੈ? ਦੇਖੋ ਜਦੋਂ ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਤਾਂ ਕੋਈ ਇੱਕ ਫੈਕਟਰ ਜਿਹੜਾ ਹੈ ਉਹ ਸਿਰਫ ਪੋਲੂਸ਼ਨ ਨਹੀਂ ਫੈਲਾਉਂਦਾ। ਦੇਖੋ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਈ ਨੋ ਡਾਊਟ ਕੁਝ ਗੈਸਸ ਪ੍ਰੋਡਿਊਸ ਹੋਈਆਂ ਜਿਵੇਂ ਕਾਰਬਨ ਡਾਈਆਕਸਾਈਡ ਹੈ ਕਾਰਬਨ ਮੋਨੋਆਕਸਾਈਡ ਹੈ ਉਹ ਗੈਸਾਂ ਪ੍ਰੋਡਿਊਸ ਹੋਈਆਂ ਪਰ ਉਹਦੇ ਨਾਲੋਂ ਜ਼ਿਆਦਾ ਡੇਂਜਰਸ ਜਿਹੜੀਆਂ ਗੈਸਸ ਨੇ ਉਹ ਸਾਡੀਆਂ ਚਿਮਨੀਆਂ ਚੋਂ ਨਿਕਲ ਰਹੀਆਂ ਨੇ ਜਿਹੜੀਆਂ ਫੈਕਟਰੀਆਂ ਦੀਆਂ ਨੇ। ਉਹਦੇ ਤੋਂ ਜ਼ਿਆਦਾ ਪੋਲੂਸ਼ਨ ਸਾਡੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਕਰ ਰਹੇ ਨੇ ਜਿਨ੍ਹਾਂ ਵਿੱਚ ਪੈਟਰੋਲ ਜਾਂ ਡੀਜ਼ਲ ਬਲ ਰਿਹਾ। ਹੁਣ ਦੇਖੋ ਇੱਕ ਚੀਜ਼ ਤਾਂ ਸਮਝਣੀ ਪਏਗੀ ਕਿ ਪੋਲੂਸ਼ਨ ਲਈ ਨਾ ਤਾਂ ਸਿਰਫ ਪਰਾਲੀ ਜ਼ਿੰਮੇਵਾਰ ਹੈ ਤੇ ਐਦਾਂ ਵੀ ਨਹੀਂ ਹੈ ਕਿ ਪਰਾਲੀ ਜ਼ਿੰਮੇਵਾਰ ਨਹੀਂ। ਇਹ ਸਾਰਾ ਕੁਝ ਦੇਖਣ ਲਈ ਸਾਨੂੰ ਸਭ ਤੋਂ ਪਹਿਲਾਂ 1965 ਤੋਂ ਪਿਛੋਕੜ ਦੇਖਣਾ ਪਏਗਾ। ਦੇਖੋ ਜਦੋਂ ਗ੍ਰੀਨ ਰੈਵੋਲੂਸ਼ਨ ਆਉਂਦੀ ਹੈ ਤਾਂ ਝੋਨਾ ਜਿਹੜਾ ਹੈ ਪੰਜਾਬ ਦੇ ਉੱਤੇ ਥੋਪ ਦਿੱਤਾ ਜਾਂਦਾ ਹੈ। ਮੈਂ ਇਸ ਨੂੰ ਥੋਪਣਾ ਕਹੂੰਗਾ ਕਿਉਂਕਿ ਉਹ ਸਾਡੇ ਏਰੀਆ ਦੀ ਕ੍ਰੌਪ ਨਹੀਂ ਹੈ, ਉਹ ਸਾਨੂੰ ਦੇ ਦਿੱਤਾ ਗਿਆ, ਅਸੀਂ ਲਾਣਾ ਸ਼ੁਰੂ ਕੀਤਾ ਗਿਆ, ਫਰਟੀਲਾਈਜ਼ਰ ਸਪਰੇ ਸਾਰਾ ਕੁਝ ਪ੍ਰੋਵਾਈਡ ਕੀਤਾ ਗਿਆ ਜਿਹਦੀਆਂ ਪ੍ਰੋਬਲਮਸ ਅੱਜ ਅਸੀਂ ਪੰਜਾਬ ਦੀ ਜ਼ਮੀਨ ਦੇ ਵਿੱਚ ਦੇਖਦੇ ਹਾਂ। ਉਹ ਚਾਹੇ ਫਰਟੀਲਿਟੀ ਡਿਕਰੀਜ਼ ਹੋ ਰਹੀ ਹੈ,
ਉਹ ਚਾਹੇ ਕ੍ਰੌਪ ਰੈਜ਼ੀਡਿਊਜ਼ ਦੇ ਵਿੱਚ ਪੈਸਟੀਸਾਈਡਸ ਦਾ ਜ਼ਿਆਦਾ ਹੋਣਾ ਹੋ ਰਿਹਾ। ਹੁਣ ਜਦੋਂ ਅਸੀਂ ਪੋਲਿਊਸ਼ਨ ਦੀ ਗੱਲ ਕਰ ਰਹੇ ਹਾਂ, ਨੋ ਡਾਊਟ ਤੁਸੀਂ ਦੇਖੋ ਕਿ ਡੀਜ਼ਲ ਜਿਹੜੀ ਗੱਡੀ ਹੈ ਉਹਦੇ ਵਿੱਚੋਂ ਜਦੋਂ ਵਹੀਕਲ ਚੱਲਦੇ ਨੇ ਗੈਸਾਂ ਨਿਕਲਦੀਆਂ ਨੇ, ਉਹ ਸ਼ਾਇਦ ਜ਼ਿਆਦਾ ਡੇਂਜਰਸ ਹੈ ਸਾਡੀ ਪਰਾਲੀ ਦੀ ਅੱਗ ਤੋਂ। ਅਗਰ ਅਸੀਂ ਸੜਕ ਤੇ ਜਾਂਦੇ ਹਾਂ, ਵਹੀਕਲਸ ਦੇਖਦੇ ਹਾਂ, ਤਾਂ ਤੁਸੀਂ ਦੇਖੋਗੇ ਕਿ ਕਈ ਵਹੀਕਲਸ ਤਾਂ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਪ੍ਰੋਪਰ ਬਰਨਿੰਗ ਹੋ ਹੀ ਨਹੀਂ ਰਹੀ, ਕਾਲਾ ਧੂਆਂ ਕੱਢ ਰਹੇ ਨੇ। ਕੀ ਉਹਨਾਂ ਦੀ ਚੈਕਿੰਗ ਹੋ ਰਹੀ ਹੈ? ਕੀ ਉਹਨਾਂ ਦੇ ਚਲਾਨ ਹੋ ਰਹੇ ਨੇ? 15 ਸਾਲ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਕੋਈ ਵਹੀਕਲ ਨਹੀਂ ਚੱਲ ਸਕਦਾ, ਤੇ ਕਿੰਨੇ ਵਹੀਕਲ ਮੈਂ ਤੁਹਾਨੂੰ ਦਿਖਾ ਸਕਦਾ ਜਿਹੜੇ 15 ਸਾਲ ਤੋਂ ਉੱਪਰ ਚੱਲ ਰਹੇ ਨੇ। ਹੁਣ ਇਹ ਸਾਰੇ ਪੋਲਿਊਸ਼ਨ ਲਈ ਸਾਨੂੰ ਸਾਰੇ ਫੈਕਟਰਸ ਨੂੰ ਕੰਸੀਡਰ ਕਰਨਾ ਪਏਗਾ। ਹੁਣ ਜਦੋਂ ਮੈਂ ਕਿਹਾ ਕਿ ਇਹ ਕ੍ਰੌਪ ਸਾਡੇ ਤੇ ਥੋਪੀ ਗਈ ਹੈ, ਤਾਂ ਉਹਦੇ ਵਿੱਚ 3-4 ਚੀਜ਼ਾਂ ਸਾਨੂੰ ਹੋਰ ਦੇਖਣੀਆਂ ਪੈਣਗੀਆਂ ਕਿ ਉਸ ਤੋਂ ਪਹਿਲਾਂ ਕਿਹੜੀ ਲਾਉਂਦੇ ਸੀ। ਸੋ ਉਸ ਤੋਂ ਪਹਿਲਾਂ ਸਾਡੇ ਬਹੁਤ ਵਧੀਆ ਫਸਲਾਂ ਹੁੰਦੀਆਂ ਸੀ, ਕੋਦਰਾ ਲਗਾਉਂਦੇ ਸੀ ਅਸੀਂ। ਔਰ ਤੁਸੀਂ ਅੱਜ ਦੇਖੋਗੇ ਕਿ ਉਹੀ ਕੋਦਰਾ ਕੋਦੋ ਮਿਲਟ ਦੇ ਨਾਮ ਨਾਲ 130 ਰੁਪਏ 140 ਰੁਪਏ ਕਿਲੋ ਮਾਰਕੀਟ 'ਚ ਵਿਕ ਰਿਹਾ, ਤੇ ਝੋਨਾ ਕੀ ਰੇਟ ਵਿਕ ਰਿਹਾ। ਹੁਣ ਇੱਕ ਚੀਜ਼ ਹੋਰ ਸਮਝਣੀ ਪਏਗੀ ਕਿ ਨਾ ਸਿਰਫ 에ਅਰ ਦਾ ਪੋਲਿਊਸ਼ਨ, ਪਾਣੀ ਦਾ ਪੋਲਿਊਸ਼ਨ, ਅਸੀਂ ਪਾਣੀ ਦਾ ਲੈਵਲ ਕਿੰਨਾ ਨੀਵਾਂ ਲੈ ਗਏ। 1 ਲੀਟਰ ਜਿਹੜਾ ਪਾਣੀ ਹੈ ਉਹਦੀ ਇੱਕ ਬੋਤਲ ਜਿਹੜੀ ਹੈ ਅੱਜ 15 ਤੋਂ 20 ਰੁਪਏ ਵਿਕ ਰਹੀ ਹੈ, ਤੇ 1 ਕਿਲੋ ਝੋਨਾ ਪੈਦਾ ਹੋਣ ਲਈ ਆਲਮੋਸਟ 4 ਤੋਂ 5000 ਲੀਟਰ ਪਾਣੀ ਚਲੇ ਜਾਂਦਾ, ਤੇ ਉਹਦਾ ਰੇਟ ਕਿੰਨਾ ਮਿਲਦਾ ਸਾਨੂੰ 30 ਜਾਂ 40 ਰੁਪਏ ਕਿਲੋ, ਜੋ ਮੈਂ ਬਹੁਤ ਜ਼ਿਆਦਾ ਕਹਾਂ, ਡਬਲ ਕਹਿਦਾ ਤਾਂ ਜਾ ਕੇ। ਤੇ ਇਸ ਹਿਸਾਬ ਨਾਲ ਇਹ ਕ੍ਰੌਪ ਸਾਡੇ ਲਈ ਬੈਨੀਫੀਸ਼ੀਅਲ ਨਹੀਂ ਹੈ, ਔਰ ਪੋਲਿਊਸ਼ਨ ਦਾ ਕਾਰਨ ਸਿਰਫ ਪਰਾਲੀ ਨਹੀਂ, ਹੋਰ ਫੈਕਟਰ ਵੀ। ਤੇ ਜਿਵੇਂ ਤੁਸੀਂ ਕਿਹਾ ਕਿ ਸਾਡੇ ਤੇ ਇਹ ਚੀਜ਼ ਥੋਪੀ ਗਈ ਹੈ ਹੈਨਾ, ਚਲੋ ਜਿਵੇਂ ਰੈਗੂਲਰ ਚੱਲੀ ਆ ਰਹੀ ਹੈ, ਪਰ ਜਿਹੜੀ ਸਰਕਾਰ ਹੈ, ਚਾਹੇ ਉਹ ਪੰਜਾਬ ਸਰਕਾਰ ਲਾ ਲਓ ਚਾਹੇ ਉਹ ਕੇਂਦਰ ਦੀ ਸਰਕਾਰ ਲਾ ਲਓ, ਉਹ ਸਿਰਫ ਫਿਰ ਕਿਸਾਨਾਂ ਨੂੰ ਹੀ ਕਿਉਂ ਟਾਰਗੇਟ ਕਰ ਰਹੀ ਹੈ। ਜਿਵੇਂ ਹੁਣ ਖਬਰਾਂ ਆ ਰਹੀਆਂ ਨੇ ਕਿ ਜਿਵੇਂ ਹੀ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਨੇ, ਉੱਥੇ ਫਾਇਰ ਬ੍ਰਿਗੇਡ ਜਾ ਰਹੇ ਨੇ। ਕਿੰਨੇ ਹੀ ਕਿਸਾਨ ਨੇ ਜਿਨ੍ਹਾਂ ਤੇ ਮਾਮਲੇ ਦਰਜ ਹੋਏ ਨੇਗੇ ਕਿ ਉਹਨਾਂ ਨੇ ਪਰਾਲੀ ਜਲਾਈ ਹੈ ਤੇ ਉਹਨਾਂ ਦੇ ਉੱਪਰ ਮੁਕੱਦਮੇ ਦਰਜ ਕਰ ਦਿੱਤੇ ਗਏ ਨੇਗੇ। ਦੇਖੋ, ਪਰਾਲੀ ਜਲਣੀ ਜਿਹੜੀ ਹੈ ਉਹ ਇੱਕ ਗਲਤ ਕੰਮ ਹੈ, ਮੈਨੂੰ ਗਲਤੀ ਕਹਾਂਗਾ, ਉਹਨੂੰ ਸਹੀ ਨਹੀਂ ਕਹਾਂਗਾ, ਪਰ ਉਹ ਕਿਸਾਨ ਦੀ ਮਜਬੂਰੀ ਵੀ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਝੋਨੇ ਨੂੰ ਲਾਉਣ ਦਾ ਟਾਈਮ ਡਿਲੇ ਕਰ ਦਿੱਤਾ, ਲੇਟ ਕਰ ਦਿੱਤਾ, ਉਹਦੇ ਟਾਈਮ ਬੰਦ ਕਰ ਦਿੱਤਾ ਸੀ ਕਿ ਹੁਣ ਇਸ ਤੋਂ ਬਾਅਦ ਹੀ ਝੋਨਾ ਲਾਇਆ ਜਾਏਗਾ। ਹੁਣ ਇੱਕ ਫਸਲ ਤੇ ਦੂਜੀ ਫਸਲ ਬੀਜਣ, ਯਾਨੀ ਕਿ ਕਣਕ ਨੂੰ ਬੀਜਣ ਦੇ ਵਿੱਚ ਟਾਈਮ ਬਹੁਤ ਥੋੜਾ ਰਹਿ ਗਿਆ। ਜੇਕਰ ਕਣਕ ਜਿਹੜੀ ਹੈ ਉਹ ਲੇਟ ਬੀਜੀ ਜਾਂਦੀ ਹੈ ਤਾਂ ਉਹਦਾ ਝਾੜ ਨਹੀਂ ਮਿਲੇਗਾ, ਉਹਦੀ ਪ੍ਰੋਡਕਸ਼ਨ ਨਹੀਂ ਸਾਨੂੰ ਮਿਲੇਗੀ। ਸੋ ਇਸ ਕਰਕੇ ਕਿਸਾਨ ਨੂੰ ਇਹ ਹੁੰਦਾ ਹੈ ਕਿ ਨਮੀ ਜਾਣ ਤੋਂ ਪਹਿਲਾਂ ਮੈਂ ਉਹਨੂੰ ਖੇਤ ਨੂੰ ਵਾਹ ਕੇ ਉਹਦੇ ਵਿੱਚ ਕਣਕ ਬੀਜ ਲਾਂ, ਇਸ ਕਰਕੇ ਉਹ ਵਾਹੁੰਦਾ ਹੈ, ਔਰ ਵਾਹਣ ਤੋਂ ਪਹਿਲਾਂ ਉਹ ਅੱਗ ਲਾਉਂਦਾ। ਹੁਣ ਜੇ ਪਰਾਲੀ ਦੀ ਸਮੱਸਿਆ ਦੂਰ ਹੁੰਦੀ, ਕਿਉਂਕਿ ਦਿੱਕਤ ਕੀ ਆ ਰਹੀ ਹੈ ਕਿ ਪਰਾਲੀ ਵਾਲੀਆਂ ਕ੍ਰੌਪਸ ਅਸੀਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਹਦੇ ਵਿੱਚ 2 ਚੀਜ਼ਾਂ ਸਾਨੂੰ ਫੇਰ ਸਮਝਣੀਆਂ ਪੈਣਗੀਆਂ। ਸਭ ਤੋਂ ਪਹਿਲਾਂ ਤਾਂ ਕਿ ਗਵਰਨਮੈਂਟ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਝੋਨੇ ਨੂੰ ਲਾਣਾ ਛੱਡੋ, ਕਿ ਪਾਣੀ ਦਾ ਲੈਵਲ ਬਹੁਤ ਨੀਵੇਂ ਜਾ ਰਿਹਾ ਹੈ, ਪੋਲਿਊਸ਼ਨ ਹੋ ਰਿਹਾ ਹੈ, ਝੋਨੇ ਨੂੰ ਲਾਣਾ ਛੱਡੋ। ਪਰ ਦੂਜੇ ਪਾਸੇ ਸਾਡੀਆਂ ਕਈ ਐਗਰੀਕਲਚਰ ਯੂਨੀਵਰਸਿਟੀਆਂ ਹਰ ਸਾਲ ਰਿਸਰਚ ਦਾ ਮੈਕਸਿਮਮ ਫੰਡ ਜਿਹੜਾ ਹੈ ਉਹ ਝੋਨੇ ਤੇ ਲਾ ਰਹੀਆਂ। ਜਾਂ ਤਾਂ ਅਸੀਂ ਉਹਦੇ ਤੇ ਰਿਸਰਚ ਕਰਨੀ ਬੰਦ ਕਰੀਏ, ਤਾਂ ਕਿ ਅਸੀਂ ਤਾਂ ਹੀ ਕਿਸਾਨਾਂ ਨੂੰ ਕਹਾਂਗੇ ਕਿ ਤੁਸੀਂ ਹੁਣ ਇਹਨੂੰ ਲਾਣਾ ਬੰਦ ਕਰੋ। ਜਦੋਂ ਉਹਦੇ ਤੇ ਕੰਮ ਹੋਣਾ ਬੰਦ ਹੋਏਗਾ, ਹੌਲੀ ਹੌਲੀ ਅਸੀਂ ਉਹ ਕ੍ਰੌਪ ਨੂੰ ਆਪਣੇ ਏਰੀਆ ਚੋਂ ਕੱਢਾਂਗੇ। ਪਰ ਦੂਜੇ ਪਾਸੇ ਸਾਰੀ ਰਿਸਰਚ ਜਿਹੜੀ ਹੈ ਉਹ ਝੋਨੇ ਤੇ ਕਣਕ ਤੇ ਹੋ ਰਹੀ ਹੈ। ਸੋ ਕਿਤੇ ਨਾ ਕਿਤੇ ਸਾਡਾ ਸਿਸਟਮ ਵੀ ਇਸ ਲਈ ਜ਼ਿੰਮੇਵਾਰ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦੇ। ਜਿੱਥੇ ਤੱਕ ਗਵਰਨਮੈਂਟ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਡਿਫਰੈਂਟ ਤਰ੍ਹਾਂ ਦੇ ਜਿਹੜੇ ਹੈਗੇ ਆ ਇਨਸਟਰੂਮੈਂਟਸ ਜਾਂ ਇਕਵਿਪਮੈਂਟਸ ਤੁਹਾਨੂੰ ਪ੍ਰੋਵਾਈਡ ਕਰਾਂਗੇ, ਤਾਂ ਤੁਸੀਂ ਇੱਕ ਦੇਖੋ ਕਿ ਜਿਹੜੇ ਪਰਾਲੀ ਨੂੰ ਰੋਲ ਕਰਕੇ ਬੰਡਲ ਬਣਾਏ ਜਾ ਰਹੇ ਨੇ, ਉਹ ਮਸ਼ੀਨਾਂ ਜ਼ਿਆਦਾ ਅਵੇਲੇਬਲ ਹੀ ਨਹੀਂ। ਥੋੜੇ ਦਿਨ ਦੀ ਪਹਿਲਾਂ ਗੱਲ ਕਰੂੰਗਾ, ਪਟਿਆਲਾ ਦੀ ਇੱਕ ਬਹੁਤ ਵੱਡੀ ਫਰਮ ਹੈ ਜਿਹੜਾ ਸੀਡ ਪ੍ਰੋਡਕਸ਼ਨ ਦਾ ਕੰਮ ਕਰਦੀ ਹੈ, ਔਰ ਈਵਨ ਉਹਨਾਂ ਦਾ ਸੀਡ ਐਕਸਪੋਰਟ ਹੁੰਦਾ ਹੈ। ਸੋ ਉਹਨਾਂ ਦੇ ਮਾਲਿਕ ਨੇ ਪਾਇਆ ਹੋਇਆ ਸੀ ਕਿ ਸਾਨੂੰ ਬੰਡਲ ਬਣਾਉਣ ਲਈ ਮਸ਼ੀਨ ਦੀ ਲੋੜ ਹੈ, ਜੇ ਕੋਈ ਆ ਸਕਦਾ ਹੈ ਤਾਂ ਅਸੀਂ ਤਿਆਰ ਹਾਂ, ਪੈਸੇ ਦੇਣ ਨੂੰ ਵੀ ਤਿਆਰ ਹਾਂ। ਦੂਜੇ ਪਾਸੇ ਉਹਨਾਂ ਦੇ ਹੀ ਇਸ ਲਿਖਣ ਦੇ ਨੀਚੇ ਕਮੈਂਟ ਹੋ ਰਹੇ ਸੀ ਕਿ ਅਸੀਂ ਪੈਸੇ ਦਿੱਤੇ ਸੀ, ਅਸੀਂ ਬੰਦਾ ਵੀ ਬੁਲਾਇਆ ਸੀ, ਪਰ ਉਹ ਬਾਅਦ ਚੋਂ ਮੁੱਕਰ ਗਿਆ। ਹੁਣ ਜੇ ਵੱਡੀਆਂ ਕੰਪਨੀਆਂ ਦੀ ਇਹ ਹਾਲਤ ਹੈ ਤਾਂ ਛੋਟੇ ਕਿਸਾਨ ਕੋਲ ਕਿਸ ਤਰ੍ਹਾਂ?
ਤੇ ਜਿਵੇਂ ਬਿਲਕੁਲ ਤੁਸੀਂ ਇਹ ਗੱਲ ਕਹੀ ਹੈ ਤਾਂ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ 1000 ਰੁਪਏ ਦੇਵਾਂਗੇ, ਕੇਂਦਰ ਸਰਕਾਰ 1500 ਰੁਪਏ, ਮਤਲਬ ਕੁਝ ਐਵੇਂ ਦੇ ਆંકੜੇ ਬਣਾਏ ਸੀ ਕਿ ਕਿਸਾਨਾਂ ਦੀ ਜਿਹੜੀ ਮਦਦ ਹੋਊਗੀ। ਤਾਂ ਹੁਣ ਪੰਜਾਬ ਸਰਕਾਰ ਦਾ ਬਿਆਨ ਆਇਆ ਸੀ ਕਿ ਕੇਂਦਰ ਸਰਕਾਰ ਸਾਨੂੰ ਸਪੋਰਟ ਨਹੀਂ ਕਰ ਰਹੀਗੀ। ਤਾਂ ਕਿਤੇ ਨਾ ਕਿਤੇ ਇਹ ਸਰਕਾਰਾਂ ਦਾ ਵੀ ਫੇਲਿਅਰ ਹੈ ਹੀ, ਕਿਉਂਕਿ ਗਰਾਊਂਡ ਰਿਪੋਰਟ ਦੀ ਜੇਕਰ ਆਪਾਂ ਗੱਲ ਕਰੀਏ ਗਰਾਊਂਡ ਲੈਵਲ ਦੀ, ਤਾਂ ਉੱਥੇ ਕਿਸਾਨਾਂ ਕੋਲ ਜਿਹੜੀਆਂ ਨੇ ਉਹ ਪ੍ਰੋਪਰ ਮਸ਼ੀਨਾਂ ਨਹੀਂ ਪਹੁੰਚ ਰਹੀਆਂ, ਸਰਕਾਰ ਜਿਹੜੀ ਹੈ ਇੱਕ ਦੂਜੇ ਦਾ ਸਹਿਯੋਗ ਹੀ ਨਹੀਂ ਬਣ ਰਿਹਾ। ਫਿਰ ਜਿਹੜਾ ਸਿੱਧਾ ਸਿੱਧਾ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਇਹ ਬਹੁਤ ਜ਼ਿਆਦਾ ਗਲਤ ਹੈ। ਤੁਸੀਂ ਕਿਵੇਂ ਦੇਖਦੇ ਹੋ? ਸੋ ਦੇਖੋ, ਇੱਕ ਗੱਲ ਤਾਂ ਜਦੋਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਦੇਖੋ ਸਾਰਾ ਕੁਝ ਅਸੀਂ ਸਰਕਾਰਾਂ ਤੇ ਨਹੀਂ ਛੱਡ ਸਕਦੇ। ਜੇ ਅਗਰ ਕੋਈ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਰੈਵੋਲੂਸ਼ਨ ਆਈ ਹੈ ਤਾਂ ਉਹਦੇ ਵਿੱਚ ਨੋ ਡਾਊਟ ਸਰਕਾਰਾਂ ਦਾ ਯੋਗਦਾਨ ਰਿਹਾ, ਪਰ ਜ਼ਿਆਦਾ ਲੋਕਾਂ ਨੇ ਆਪ ਅਪਣਾਇਆ ਉਸ ਚੀਜ਼ ਨੂੰ। ਦੇਖੋ, ਕਿਸਾਨਾਂ ਨਾਲ ਵਾਅਦਾ ਹੋਇਆ ਕਿ ਅਸੀਂ ਤੁਹਾਨੂੰ ਮਸ਼ੀਨਾਂ ਪ੍ਰੋਵਾਈਡ ਕਰਾਂਗੇ ਜਾਂ ਪੈਸੇ ਦੇਵਾਂਗੇ, ਉਹ ਕੁਝ ਨਹੀਂ ਹੋਇਆ, ਉਹ ਜ਼ਮੀਨੀ ਲੈਵਲ ਤੇ ਨਹੀਂ ਹੋਇਆ। ਚਾਹੇ ਉਹਦੇ ਵਿੱਚ ਅਸੀਂ ਕੇਂਦਰ ਸਰਕਾਰ ਕਹੀਏ, ਚਾਹੇ ਅਸੀਂ ਰਾਜ ਸਰਕਾਰ ਕਹੀਏ, ਉਹ ਦੇਖੋ ਪੋਲੀਟੀਕਲ ਗੱਲਾਂ ਹੈ, ਮੈਂ ਉਹਦੇ ਵੱਲ ਨਹੀਂ ਜਾਊਂਗਾ। ਪਰ ਇੱਕ ਚੀਜ਼ ਕਲੀਅਰ ਹੈ ਕਿ ਅਸੀਂ ਹਜੇ ਤੱਕ 1965 ਤੋਂ ਲੈ ਕੇ ਹੁਣ ਤੱਕ ਝੋਨੇ ਦਾ ਬਦਲ ਨਹੀਂ ਦੇ ਸਕੇ। ਮੈਂ ਇਸ ਦੇ ਬਾਰੇ ਗੱਲ ਤਾਂ ਕਰਨਾ ਚਾਹੁੰਦਾ ਹਾਂ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ 32,000 ਦਾ ਪ੍ਰੋਜੈਕਟ 32 ਲੱਖ ਦਾ ਪ੍ਰੋਜੈਕਟ ਮੈਨੂੰ ਦਿੱਤਾ ਗਿਆ ਸੀ, ਔਰ ਇਸੇ ਉੱਤੇ ਮੈਂ ਆਪਣਾ ਕੰਮ ਰਿਸਰਚ ਦਾ ਕੀਤਾ, ਔਰ ਮੈਂ ਕਈ ਕ੍ਰੌਪਸ ਜਿਹੜੀਆਂ ਨੇ ਉਹ ਡਿਵੈਲਪ ਕੀਤੀਆਂ ਜਿਹੜੀਆਂ ਇਸ ਸੀਜ਼ਨ ਦੇ ਵਿੱਚ ਅਸੀਂ ਲਗਾ ਸਕਦੇ ਹਾਂ, ਔਰ ਜਿਹਦੇ ਨਾਲ ਪਰਾਲੀ ਵੀ ਨਹੀਂ ਹੁੰਦੀ। ਦੂਜੇ ਪਾਸੇ ਪੰਜਾਬ ਦਾ ਜਿਹੜਾ ਏਰੀਆ ਹੈ ਉਹ ਹਾਰਟੀਕਲਚਰ ਪੱਖੋਂ ਬਹੁਤ ਜ਼ਿਆਦਾ ਵਧੀਆ ਹੈ। ਦੇਖੋ, ਕਿਸੇ ਟਾਈਮ ਸਾਡੇ ਜਿਹੜੇ ਗਾਣੇ ਸੀ ਉਹਨਾਂ ਦੇ ਵਿੱਚ ਵੀ ਅਸੀਂ ਉਹਦਾ ਜ਼ਿਕਰ ਸੁਣਦੇ ਹਾਂ, ਅੰਬਾਂ ਦਾ ਜ਼ਿਕਰ ਸੁਣਦੇ ਹਾਂ, ਠੀਕ ਹੈ, ਬੇਰੀਆਂ ਦਾ ਜ਼ਿਕਰ ਸੁਣਦੇ ਹਾਂ। ਨਾ ਤਾਂ ਉਹ ਅੰਬ ਅੱਜ ਪੰਜਾਬ 'ਚ ਦਿਖਦੇ ਨੇ, ਨਾ ਉਹ ਬੇਰੀਆਂ ਸਾਡੇ ਕੋਲ ਨਜ਼ਰ ਆਉਂਦੀਆਂ। ਜੇਕਰ ਇਹਨਾਂ ਚੀਜ਼ਾਂ ਤੇ ਅਸੀਂ ਕੰਮ ਕਰਾਂਗੇ, ਕ੍ਰੌਪ ਡਾਈਵਰਸਿਫਿਕੇਸ਼ਨ ਤੇ ਕੰਮ ਕਰਾਂਗੇ, ਡੈਫੀਨੇਟਲੀ ਸਾਨੂੰ ਪਰਾਲੀ ਤੋਂ ਰਾਹਤ ਮਿਲੇਗੀ। ਔਰ ਦੂਜੇ ਪਾਸੇ ਗਵਰਨਮੈਂਟ ਜਿਹੜੀਆਂ ਸਬਸਿਡੀਜ਼ ਹੁਣ ਝੋਨੇ ਬਾਰੇ ਸੋਚ ਰਹੀਆਂ ਨੇ, ਉਹ ਇਹ ਕਿਉਂ ਨਹੀਂ ਸੋਚਦੇ ਕਿ ਇਹੀ ਸਬਸਿਡੀਜ਼ ਅਸੀਂ ਕੋਈ ਬਾਗ ਲਾਉਣ ਬਾਰੇ ਜਾਂ ਹੋਰ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਈਏ। ਪਰ ਇਹ ਵੀ ਹੈ, ਉਹਨਾਂ ਨੂੰ ਗਾਈਡ ਕੌਣ ਕਰੂਗਾ? ਹਾਂ, ਦੇਖੋ, ਜਿੱਥੇ ਤੱਕ ਗਾਈਡ ਕਰਨ ਦੀ ਗੱਲ ਹੈ, ਜਿਵੇਂ ਤੁਸੀਂ ਕਿਹਾ ਕਿ ਝੋਨੇ ਦਾ ਅਲਟਰਨੇਟਿਵ ਅਸੀਂ ਨਹੀਂ ਦੇ ਪਾ ਰਹੇ, ਉਹ ਕੌਣ ਦਊਗਾ? ਹਾਂ, ਜਦੋਂ ਸਾਰਾ ਕੰਮ ਯੂਨੀਵਰਸਿਟੀਆਂ ਵੱਲੋਂ ਝੋਨੇ ਦੀਆਂ ਵੈਰਾਈਟੀਆਂ ਦੇ ਪੂਰੇ, ਫਿਰ ਅਲਟਰਨੇਟਿਵ ਬਾਰੇ ਅਸੀਂ ਕਿੱਥੋਂ ਸੋਚਾਂਗੇ? ਦੇਖੋ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਦੂਜੀ ਚੀਜ਼ ਇਹ ਹੈ ਕਿ ਐਦਾਂ ਨਹੀਂ ਕਿ ਯੂਨੀਵਰਸਿਟੀਆਂ ਕੰਮ ਨਹੀਂ ਕਰ ਰਹੀਆਂ, ਦੂਜੇ ਪਾਸੇ ਇਹਦੇ ਅਲਟਰਨੇਟਿਵ ਵੀ ਕੱਢੇ ਜਾ ਰਹੇ ਨੇ। ਤੁਸੀਂ ਦੇਖੋ ਕਿ ਇਵਨ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਕਾਫੀ ਪ੍ਰੋਫੈਸਰ ਇਸ ਤਰ੍ਹਾਂ ਦੇ ਨੇ ਜਿਹੜੇ ਹਾਰਟੀਕਲਚਰ ਦੇ ਵਿੱਚ ਬਹੁਤ ਪਰਫੈਕਟ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨੇ ਕਾਫੀ ਆਰਚਰਡ ਲਗਵਾਏ ਨੇ ਜਿਨ੍ਹਾਂ ਨੇ ਉਹਦਾ ਸਬਸਟੀਟਿਊਟ ਦਿੱਤਾ ਹੈ। ਪਰ ਇਹ ਹੈ ਕਿ ਕਿਸਾਨ ਨੂੰ ਇੰਨਾ ਪਤਾ ਹੈ ਕਿ ਜੇ ਮੈਂ ਬਾਗ ਲਗਾਉਣਾ ਹੈ ਜਾਂ ਮੈਂ ਕਿਸੇ ਹੋਰ ਕੰਮ ਵੱਲ ਜਾਣਾ ਹੈ, ਮੈਨੂੰ ਖੁਦ ਕੰਮ ਕਰਨਾ ਪਏਗਾ, ਮੈਨੂੰ ਲੇਬਰ ਵੱਲ ਧਿਆਨ ਦੇਣਾ ਪਏਗਾ, ਜਦਕਿ ਝੋਨੇ ਵਿੱਚ ਇਹੋ ਜਿਹੀ ਕੋਈ ਵੀ ਦਿੱਕਤ ਨਹੀਂ, ਕਿਉਂਕਿ ਕਿਸਾਨ ਵੀ ਆਪਣੀ ਸੌਖ ਦੇਖਦੇ। ਪਰ ਇੱਕ ਚੀਜ਼ ਇਹ ਵੀ ਦੇਖੋ ਨਾ ਇਹਦੇ ਵਿੱਚ ਕਿ ਜਿਵੇਂ ਪ੍ਰਵਾਸੀ ਮਜ਼ਦੂਰ ਆਉਂਦੇ ਨੇ, ਠੀਕ ਹੈ, ਲੇਬਰ ਤੇ ਉਹੀ ਉਹਨਾਂ ਖਰਚਾ ਵੀ ਹੁੰਦਾ ਹੈ। ਕਿਸਾਨ ਨੂੰ ਗਾਈਡ ਕਰਨ ਦੀ ਵੀ ਤਾਂ ਇੱਥੇ ਜ਼ਰੂਰਤ ਹੈ ਨਾ, ਕਿ ਜੇ ਉਹ ਖੁਦ ਕੰਮ ਕਰੇਗਾ ਉਹਨੂੰ ਓਨਾ ਹੀ ਬੈਨੀਫਿਟ ਹੋਏਗਾ, ਜਿਹੜਾ ਖਰਚਾ ਉਹ ਲੇਬਰ ਤੇ ਲਗਾ ਰਿਹਾ ਉਹ ਨਹੀਂ ਲੱਗੇਗਾ। ਫਿਰ ਜਿਹੜਾ ਕੁਐਸਚਨ ਤੁਸੀਂ ਇਹ ਮੈਨੂੰ ਕਹਿ ਰਹੇ ਹੋ, ਇਹ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ, ਔਰ ਇਹਦੇ ਪਿੱਛੇ ਸਾਨੂੰ ਸਾਰਾ ਆਪਣਾ ਫੇਰ ਪਿਛੋਕੜ ਵੱਲ ਜਾਣਾ ਪਏਗਾ। ਦੇਖੋ, ਜਿਹੜੀ ਕਿਸਾਨੀ ਆ ਉਹ ਇੱਕ ਬਿਜ਼ਨਸ ਨਹੀਂ ਸੀ, ਉਹ ਸਾਡਾ ਇੱਕ ਫੈਮਿਲੀ ਧੰਦਾ ਸੀ ਜਿਹਦੇ ਵਿੱਚ ਪੂਰਾ ਪਰਿਵਾਰ ਮਿਲ ਕੇ ਕੰਮ ਕਰਦਾ ਸੀ, ਤਾਂ ਉਹਦੇ ਵਿੱਚੋਂ ਸਾਨੂੰ ਪ੍ਰੋਫਿਟ ਹੁੰਦਾ ਸੀ। ਬਿਲਕੁਲ। ਅੱਜ ਹਾਲਤ ਇਹ ਹੋ ਗਈ ਹੈ ਕਿ ਜਿਹੜਾ ਮੁੰਡਾ, ਉਹ ਕਹਿਣਾ ਨਹੀਂ ਚਾਹੂੰਗਾ ਕਿ BSc ਜਾਂ MSc ਕਰ ਗਿਆ, ਉਹ ਕਦੇ ਵੀ ਖੇਤਾਂ 'ਚ ਨਹੀਂ ਵੜਦਾ। ਬਿਲਕੁਲ। ਔਰ ਲੇਡੀਜ਼ ਬਾਰੇ ਵੀ ਮੈਨੂੰ ਕਹਿਣਾ ਪਏਗਾ ਕਿ ਖੇਤਾਂ ਦੇ ਵਿੱਚ ਬਹੁਤ ਘੱਟ ਜਾਂਦੀਆਂ ਨੇ। ਔਰ ਜਿੰਨੇ ਕੁ ਸਾਧਨ ਸਾਡੇ ਕੋਲ ਆ ਚੁੱਕੇ ਨੇ, ਚਾਹੇ ਉਹ ਮੋਬਾਈਲ ਫੋਨ ਹੈ, ਚਾਹੇ ਉਹ TV ਨੇ, ਉਹਨਾਂ ਨੇ ਸਾਡੇ ਐਗਰੀਕਲਚਰ ਨੂੰ ਪਿੱਛੇ ਲੈ ਕੇ ਗਿਆ, ਜਦਕਿ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਸੀ ਇਨਫੋਰਮੇਸ਼ਨ ਟੈਕਨੋਲੋਜੀ ਨੇ। ਜੇ ਹੁਣ ਕਿਸਾਨ ਜਿਹੜਾ ਹੈ ਉਹਦੇ ਨਾਲ ਉਹਦੇ ਘਰ ਦੇ ਜੀ ਕੰਮ ਕਰਨ ਵਾਲੇ ਖੇਤਾਂ 'ਚ ਨਹੀਂ ਜਾ ਰਹੇ, ਤਾਂ ਉਹ ਪ੍ਰਵਾਸੀ ਮਜ਼ਦੂਰ ਤਾਂ ਬੁਲਾਏਗਾ ਹੀ, ਕਿਉਂਕਿ ਉਹਨੇ ਤਾਂ ਆਪਣੇ ਖੇਤ ਤਿਆਰ ਕਰਨੇ ਨੇ, ਉਹਨੇ ਤਾਂ ਫਸਲ ਲਗਾਣੀ ਹੈ। ਦੂਜੀ ਚੀਜ਼ ਇੱਕ ਇਹ ਵੀ ਰਹਿ ਗਈ ਕਿ ਅੱਜ ਜਿਹੜੇ ਸਾਡੇ ਪੰਜਾਬੀਆਂ ਦੀ ਖੇਤੀ ਆ ਉਹ ਸਿਰਫ ਟਰੈਕਟਰ ਦੀ ਰਹਿ ਗਈ ਹੈ। ਅਸੀਂ ਟਰੈਕਟਰ ਚਲਾਉਣਾ ਜਾਣਦੇ ਹਾਂ, ਬਾਕੀ ਜਿੰਨਾ ਕੰਮ ਹੈ ਉਹ ਸਾਰੇ ਪ੍ਰਵਾਸੀ ਮਜ਼ਦੂਰ ਕਰਦੇ। ਅੱਜ ਜੇ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬ 'ਚ ਆਣਾ ਬੰਦ ਕਰ ਦੇਣ ਤਾਂ ਸਾਡੀ ਐਗਰੀਕਲਚਰ ਅੱਧੇ ਨਾਲੋਂ ਜ਼ਿਆਦਾ ਖਤਮ ਹੋ ਜਾਵੇ। ਦੇਖੋ,
ਇਹਨਾਂ ਪਰ ਸਾਰੇ ਇੱਥੇ ਫਿਰ ਮੈਂ ਉਹੀ ਸਵਾਲ ਕਰੂੰਗੀ ਜੀ। ਕਿ ਕਿਸਾਨਾਂ ਨੂੰ ਗਾਈਡ ਕਰਨਾ, ਸਿਖਲਾਈ ਦੇਣਾ, ਫਿਰ ਕਿਹਦੀ ਡਿਊਟੀ ਰਹਿ ਜਾਂਦੀ ਹੈ? ਦੇਖੋ, ਅਸੀਂ ਉਹਨਾਂ ਨੂੰ ਸਿਖਲਾਈ ਦੇਣ ਬਾਰੇ ਸੋਚ ਰਹੇ ਹਾਂ, ਅਸੀਂ ਉਹਨਾਂ ਨੂੰ ਸੋਚ ਰਹੇ ਹਾਂ ਕਿ ਉਹਨਾਂ ਨੂੰ ਗਾਈਡ ਕੀਤਾ ਜਾਵੇ ਕਿ ਕਿਸਾਨ ਨਹੀਂ ਚਾਹੁੰਦਾ ਕਿ ਉਹ ਆਪਣਾ ਇਹ ਖਰਚਾ ਜਿਹੜਾ ਹੈ ਉਹ ਆਪ ਘਟਾਵੇ। ਮੈਂ ਕਈ ਐਗਜ਼ਾਮਪਲਸ ਤੁਹਾਨੂੰ ਇਦਾਂ ਦੀਆਂ ਦੇ ਦਾਂਗਾ ਕਿ ਜਿਹਦੇ ਵਿੱਚ ਕਿਸਾਨਾਂ ਨੇ ਦੇਖਿਆ ਕਿ ਇਹਦੇ ਵਿੱਚ ਮੇਰੇ ਕਾਫੀ ਕਹਿ ਲਈਏ ਕਿ ਫੈਮਿਲੀ ਮੈਂਬਰਸ ਨਹੀਂ ਇਨਵੋਲਵਡ ਹੋ ਰਹੇ ਐਗਰੀਕਲਚਰ ਦੇ ਵਿੱਚ, ਤੇ ਉਹਨਾਂ ਨੇ ਉਸ ਖੇਤੀ ਦੇ ਸਾਧਨ ਨੂੰ ਹੀ ਬਦਲ ਦਿੱਤਾ। ਮੈਂ ਸਭ ਤੋਂ ਵੱਡੀ ਐਗਜ਼ਾਮਪਲ ਦਿੰਦਾ ਤੁਹਾਨੂੰ ਅੱਲਾ ਰੰਗ ਸਰ ਦੀ, ਜਿਹੜੇ ਪਟਿਆਲੇ ਦੇ ਨੇੜੇ ਉਹਨਾਂ ਦੀ ਕਾਫੀ ਵੱਡੀ ਜਿਹੜੀ ਇਹ ਕੰਪਨੀ ਹੈ, ਫਲੋਰੀਕਲਚਰ ਸੀਡ ਪ੍ਰੋਡਕਸ਼ਨ ਦਾ ਕੰਮ ਕਰਦੇ ਨੇ। ਉਹਨਾਂ ਦੀ ਫੈਮਿਲੀ ਫੋਰਨ ਦੇ ਵਿੱਚ ਸੀ। ਉਹਨਾਂ ਨੇ ਆਪਣੇ ਬੇਟੇ ਨੂੰ ਪੁੱਛਿਆ ਕਿ ਤੈਨੂੰ ਇੱਥੇ ਕੰਪਿਊਟਰ ਦੀ ਕੰਪਨੀ ਦੇ ਵਿੱਚ ਕਿੰਨੇ ਪੈਸੇ ਮਿਲ ਰਹੇ ਨੇ। ਉਹਨਾਂ ਦੱਸਿਆ ਕਿ ਮੈਨੂੰ ਇੰਨੇ ਡਾਲਰ ਜਾਂ ਇੰਨੇ ਪਾਉਂਡ ਮਿਲ ਰਹੇ ਨੇ। ਉਹਨਾਂ ਨੇ ਕਿਹਾ ਮੈਂ ਤੁਹਾਨੂੰ ਇੱਥੇ ਇੰਨੇ ਦਿੰਦਾ ਹੈ ਕਿ ਤੁਸੀਂ ਮੇਰੀ ਸੀਡ ਪ੍ਰੋਡਕਸ਼ਨ ਦੀ ਜਿਹੜੀ ਕੰਪਨੀ ਹੈ ਉਹਦੀ ਮਾਰਕੀਟਿੰਗ ਸ਼ੁਰੂ ਕਰੋ। ਸੋ ਦੈਟ ਮੀਨਸ ਕਿ ਉਹ ਬੰਦਾ ਜਦੋਂ ਇੱਥੇ ਪੈਸੇ ਕਮਾ ਸਕਦਾ ਹੈ ਝੋਨੇ ਤੇ ਕਣਕ ਨੂੰ ਛੱਡ ਕੇ, ਤਾਂ ਅਸੀਂ ਕਿਉਂ? ਦੂਜੀ ਚੀਜ਼, ਆਰਚਰਡ ਦੇ ਵਿੱਚ ਹਿਮਾਚਲ ਅੱਜ ਤੁਸੀਂ ਦੇਖੋ ਬਾਗਬਾਨੀ ਦੇ ਵਿੱਚ ਕਿੰਨਾ ਪੈਸਾ ਕਮਾ ਰਿਹਾ ਹੈ। ਔਰ ਪੰਜਾਬ ਜਿਹੜਾ ਹੈ, ਜਿਹੜਾ ਕਿਤੇ ਬਾਗਾਂ ਦਾ ਦੇਸ਼ ਕਹਾਇਆ ਜਾਂਦਾ ਸੀ, ਮੋਰਿੰਡੇ ਨੂੰ ਜੇ ਤੁਸੀਂ ਪੁਰਾਣਾ ਨਾਮ ਯਾਦ ਕਰ ਲਓ ਜਾਂ ਪੁਰਾਣੇ ਲੋਕਾਂ ਤੋਂ ਪੁੱਛ ਲਓ ਤਾਂ ਬਾਗਾਂ ਵਾਲਾ ਕਹਿੰਦੇ ਸੀ। ਅੱਜ ਮੋਰਿੰਡੇ 'ਚ ਦੇਖ ਲਓ ਤੁਹਾਨੂੰ ਕਿਹੜੇ ਬਾਗ ਦਿਖਦੇ ਨੇ। ਸੋ ਦੈਟ ਮੀਨਸ ਕਿਤੇ ਨਾ ਕਿਤੇ ਅਸੀਂ ਆਪਣੀ ਖੇਤੀ ਨੂੰ ਆਪ ਖਰਾਬ ਕੀਤਾ। ਸੋ ਉਹਦੇ ਵੱਲ ਸਾਨੂੰ ਦੇਖਣਾ ਪਏਗਾ। ਠੀਕ ਹੈ, ਝੋਨੇ ਦੀ, ਪਰਾਲੀ ਦੀ, ਕਣਕ ਦੇ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਦੇ ਸਬਸਟੀਟਿਊਟ ਕਈ ਨੇ। ਦੇਖੋ ਜਿੱਥੇ ਅਸੀਂ ਪਰਾਲੀ, ਅੱਛਾ, ਇੱਕ ਇੱਥੇ ਸਵਾਲ ਤੁਹਾਨੂੰ ਮੈਂ ਇਹ ਵੀ ਪੁੱਛਣਾ ਚਾਹੂੰਗੀ, ਜਿਵੇਂ ਆਪਣੀ ਸ਼ੁਰੂ ਚ ਗੱਲ ਹੋਈ ਕਿ ਜਿਹੜੀ ਝੋਨਾ ਹੈ ਆਪਣੇ ਤੇ ਥੋਪਿਆ ਗਿਆ ਸੀ, ਠੀਕ ਹੈ। ਜੇਕਰ ਕਿਸਾਨ ਬਾਗਬਾਨੀ ਸ਼ੁਰੂ ਕਰਦੇ ਨੇ, ਕੋਈ ਹੋਰ ਅਲਟਰਨੇਟਿਵ ਆਉਂਦੇ ਨੇ, ਉੱਥੇ ਦਿੱਕਤ ਇਹ ਆ ਜਾਂਦੀ ਹੈ ਕਿ ਜਿੰਨੀ ਮਿਹਨਤ ਉਹਨੂੰ ਉਗਾਉਣ ਤੇ ਲੱਗਦੀ ਹੈ, ਉਹਦੀ ਸਿੰਚਾਈ ਤੇ ਹਰ ਇੱਕ ਚੀਜ਼ ਤੇ ਲੱਗਦੀ ਹੈ, ਫਿਰ ਜਿਹੜੀ ਸਰਕਾਰ ਹੈ ਕਿ ਉਨੀ ਪ੍ਰਾਈਸ ਉਹਨਾਂ ਨੂੰ ਦੇ ਪਾਉਂਦੀ ਹੈ। ਕਿਤੇ ਨਾ ਕਿਤੇ ਡਰ ਇਹ ਵੀ ਕਿਸਾਨਾਂ ਨੂੰ ਰਹਿੰਦਾ ਨੇ, ਤਾਂ ਹੀ ਤਾਂ ਉਹ ਜਿਹੜਾ ਉਹ ਬਦਲ ਨਹੀਂ ਪਾ ਰਹੇ ਕਿ ਉਸ ਚੀਜ਼ ਨੂੰ। ਇਹਦੇ ਬਾਰੇ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਇੱਕ ਪੌਦਾ ਜਿਹੜਾ ਸਾਡੇ ਆਮ ਘਰਾਂ ਦੇ ਵਿੱਚ ਹੁੰਦਾ ਸੀ, ਜਿਹਨੂੰ ਅਸੀਂ ਪੱਟਣਾ ਸ਼ੁਰੂ ਕਰ ਦਿੱਤਾ, ਜਾਮਨ, ਉਹਨੂੰ ਲਾਉਣ 'ਚ ਕੋਈ ਦਿੱਕਤ ਨਹੀਂ ਸੀ। ਇੱਕ ਕਹਿ ਲਓ ਕਿ ਪੰਜਾਬ ਲਈ ਉਹ ਇੱਕ ਵਾਈਲਡ ਪੌਦਾ ਹੈ ਜਿਹੜਾ ਜੰਗਲੀ ਹੋ ਜਾਂਦਾ ਹੈ ਔਰ ਜਿਹਨੂੰ ਫਲ ਵੀ ਬਹੁਤ ਲੱਗਦਾ ਹੈ। ਇੱਕ ਵਾਰ ਜਦੋਂ ਗਰਮੀਆਂ ਦੇ ਵਿੱਚ ਉਹ ਫਰੂਟ ਆਉਂਦਾ ਹੈ, ਉਹਦਾ ਰੇਟ ਪੁੱਛੋ, ਅੱਜ ਦੇ ਰੇਟ ਵਿੱਚ ਉਹ 80 ਤੋਂ 100 ਰੁਪਏ ਕਿਲੋ ਵਿਕ ਰਹੀ ਹੈ। ਕੀ ਉਹ ਝੋਨੇ ਨਾਲੋਂ ਜ਼ਿਆਦਾ ਪ੍ਰੋਡਕਸ਼ਨ ਨਹੀਂ ਦੇ ਰਹੀ? ਕਿ ਇੱਕ ਦਰਖਤ ਸਾਨੂੰ ਜ਼ਿਆਦਾ ਪ੍ਰੋਡਕਸ਼ਨ ਨਹੀਂ ਦੇ ਰਿਹਾ? ਕਿ ਅਸੀਂ ਉਹ ਨਹੀਂ ਲਗਾ ਸਕਦੇ, ਹੋਰ ਨਹੀਂ ਵੀ ਲਾ ਸਕਦੇ, ਘੱਟੋ ਘੱਟ ਆਪਣੇ ਖੇਤਾਂ ਦੀ ਬਾਉਂਡਰੀ ਤੇ ਲਾ ਸਕਦੇ ਹਾਂ। ਹੁਣ ਜਦੋਂ ਮੈਂ ਦਰਖਤਾਂ ਦੀ ਗੱਲ ਕਰ ਰਿਹਾ, ਉੱਥੇ ਦੇਖੋ ਸਾਰੇ ਅਸੀਂ ਪਰਾਲੀ ਦਾ ਜ਼ਿਕਰ ਕਰ ਰਹੇ ਹਾਂ, ਅਸੀਂ ਪੋਲਿਊਸ਼ਨ ਦਾ ਜ਼ਿਕਰ ਕਰ ਰਹੇ ਹਾਂ। ਕਦੇ ਅਸੀਂ ਇਹ ਸੋਚਿਆ ਕਿ ਇਹ ਪੋਲਿਊਸ਼ਨ ਕੰਟਰੋਲ ਕੌਣ ਕਰਦਾ ਸੀ? ਸਾਡੇ ਪੁਰਾਤਨ ਦਰਖਤ। ਕਦੇ ਕਿਸੇ ਨੇ ਇਹ ਸੋਚਿਆ ਕਿ ਅਸੀਂ ਜਿਹੜੇ ਪਿੱਪਲ ਸਾਡੇ ਧਰਤੀ ਤੇ ਇੰਨੇ ਸੀਗੇ, ਲੋਕੀ ਉਹਦੀ ਪੂਜਾ ਵੀ ਕਰਦੇ ਸੀ ਸਿਰਫ ਇਸ ਕਰਕੇ, ਸਾਇੰਟੀਫਿਕਲੀ ਦੇਖੀਏ ਤਾਂ ਉਹ ਰਾਤ ਨੂੰ ਵੀ ਆਕਸੀਜਨ ਦਿੰਦੇ ਨੇ, ਉਹ ਕਿੰਨੇ ਕਰ ਗਏ ਨੇ? ਜਿਹੜੇ ਸਾਡੇ ਵਾਤਾਵਰਣ ਨੂੰ ਸਾਫ਼ ਕਰਦੇ ਪਿੱਪਲ ਸੀ, ਬੋੜ ਸੀ, ਨਿੰਮ ਸੀ। ਦੇਖੋ ਜਿੱਥੇ ਤੱਕ ਸਰਕਾਰਾਂ ਦੀ ਫੇਲਿਅਰ ਉਹ ਮੈਂ ਕਹਿਣਾ ਵੀ ਚਾਹੂੰਗਾ। ਮੈਨੂੰ ਕੁਝ ਮਹੀਨੇ ਪਹਿਲਾਂ ਹੈਦਰਾਬਾਦ ਜਾਣ ਦਾ ਮੌਕਾ ਮਿਲਿਆ, ਜਿੱਥੇ ਪੰਚਾਇਤੀ ਰਾਜ ਦੀ ਸੰਸਥਾ ਹੈ, ਉੱਥੇ ਮੇਰੀ ਟ੍ਰੇਨਿੰਗ ਸੀ। ਸੋ ਮੈਨੂੰ ਇੱਕ ਬਹੁਤ ਵਧੀਆ ਪਤਾ ਲੱਗਿਆ ਕਿ ਤੇਲੰਗਾਨਾ ਗਵਰਨਮੈਂਟ ਨੇ ਰੂਲ ਬਣਾਇਆ ਹੋਇਆ ਹੈ ਕਿ ਹਰ ਜਿਹੜੀ ਪੰਚਾਇਤ ਹੈ ਉਹ 20,000 ਪੌਦਾ ਆਪਣੇ ਪਿੰਡ 'ਚ ਹਰ ਸਾਲ ਲਾਏਗੀ। ਹੁਣ 20,000 ਦੇ ਵਿੱਚੋਂ ਜੇ 1000 ਵੀ ਹਰ ਸਾਲ ਚੱਲੇ ਤਾਂ ਤੁਸੀਂ ਦੇਖੋ ਕਿੰਨੀ ਗ੍ਰੀਨਰੀ ਉਹਨਾਂ ਪਿੰਡਾਂ ਦੇ ਵਿੱਚ ਹੋਏਗੀ, ਔਰ ਉਹ ਗ੍ਰੀਨਰੀ ਨਾਲ ਕਿੰਨਾ ਪੋਲਿਊਸ਼ਨ ਜਿਹੜਾ ਹੈ ਉਹ ਕੰਟਰੋਲ ਹੋਏਗਾ। ਪਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਮੋਸਟਲੀ ਜਿਹੜੇ ਅਗਰ ਆਪਾਂ ਪਿੰਡਾਂ ਦੀ ਗੱਲ ਕਰੀਏ ਹਨਾ, ਆਪਾਂ ਵੀ ਪਿੰਡਾਂ ਤੋਂ ਆਉਂਦੇ ਹਾਂ, ਮੋਸਟਲੀ ਦੇਖਿਆ ਕਿ ਖੇਤਾਂ ਦੇ ਵਿੱਚ ਦਰਖਤ ਹੁੰਦੇ ਨੇ। ਪਰ ਇੱਥੇ ਇੱਕ ਚੀਜ਼ ਜਿਹੜੀ ਮੇਰੇ ਮਾਈਂਡ 'ਚ ਆਈ ਕਿ ਜਿਹੜੇ ਨੈਸ਼ਨਲ ਹਾਈਵੇਜ਼ ਬਣ ਰਹੇ ਨੇ, ਅਗਰ ਪਹਿਲਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਹਾਈਵੇ ਦੇ ਨਾਲ ਕਿੰਨੇ ਜ਼ਿਆਦਾ ਦਰਖਤ ਹੁੰਦੇ ਸੀ, ਮੋਸਟਲੀ ਉਹਨਾਂ ਦੇ ਵਿੱਚ ਸਫੈਦਾ ਹੁੰਦਾ ਸੀਗਾ। ਤੇ ਹੁਣ ਜਿਹੜੇ ਨੇ ਉਹ ਵੀ ਸਰਕਾਰ ਵੱਲੋਂ ਟੋਟਲੀ ਕਲੀਅਰ ਕਰ ਦਿੱਤੇ ਜਾ ਰਹੇ ਨੇ। ਕਿਤੇ ਨਾ ਕਿਤੇ ਪੋਲਿਊਸ਼ਨ ਦਾ ਫੈਕਟਰ ਉਹ ਵੀ ਨੇਗੇ। ਦੇਖੋ ਸਾਨੂੰ ਸਮਝਣਾ ਪਏਗਾ, ਪਹਿਲਾਂ ਤਾਂ ਤੁਸੀਂ ਸਫੈਦੇ ਦਾ ਜ਼ਿਕਰ ਕੀਤਾ, ਸਫੈਦਾ ਸਾਡੇ ਲਈ ਸੂਟੇਬਲ ਦਰਖਤ ਨਹੀਂ ਸੀ। ਅੱਜ ਵੀ ਤੁਸੀਂ ਦੇਖੋ ਸਾਡੇ ਸੜਕਾਂ ਦੇ ਨਾਲ ਅਗਰ ਪੋਲਿਊਸ਼ਨ ਕੰਟਰੋਲ ਲਈ ਪਲਾਂਟਸ ਲੱਗਣੇ ਚਾਹੀਦੇ, ਵੈਸੇ ਤਾਂ ਪੋਲਿਊਸ਼ਨ ਕੰਟਰੋਲ ਲਈ ਅਸੀਂ ਸੜਕਾਂ ਦੇ ਨਾਲ ਪੌਦੇ ਨਹੀਂ ਲਗਾਉਂਦੇ, ਉਹ ਲੱਗਦੇ ਆ ਸਾਡੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ। ਬਟ ਅਗਰ ਲੱਗਣੇ ਚਾਹੀਦੇ ਆ ਤਾਂ ਤੁਸੀਂ ਦੇਖੋ ਨਿੰਮ ਸੀ, ਨਿੰਮ ਜਿੰਨੇ ਕੁ ਵਧੀਆ ਸਾਫ਼ ਕਰਦੀ ਹੈ ਹਵਾ ਨੂੰ, ਕੋਈ ਨਹੀਂ ਕਰਦਾ। ਜਾਮਣ ਜਿੰਨੀ ਵਧੀਆ ਹਵਾ ਸਾਫ਼ ਕਰਦੀ ਹੈ, ਕੋਈ ਵੀ ਨਹੀਂ ਕਰਦਾ। ਟਾਹਲੀਆਂ ਸੀਗੀਆਂ। ਸੋ ਇਹ ਸਾਰੇ ਸਾਡੇ ਪੁਰਾਤਨ ਰੁੱਖ ਸੀ, ਕਿੱਕਰਾਂ ਸੀਗੀਆਂ।
ਸੋ ਅਸੀਂ ਪੁਰਾਤਨ ਰੁੱਖਾਂ ਨੂੰ ਵੱਢਣਾ ਸ਼ੁਰੂ ਕੀਤਾ, ਅਸੀਂ ਬਾਹਰਲੇ ਦਰਖਤ ਲਿਆਉਣੇ ਸ਼ੁਰੂ ਕਰ ਦਿੱਤੇ ਲੱਕੜ ਦੇ, ਜਦਕਿ ਸਾਡੇ ਆਪਣੇ ਜਿਹੜੇ ਰਿਵਾਇਤੀ ਦਰਖਤ ਸੀ ਉਹਨਾਂ ਨੇ ਸਾਡਾ এনवायरमेंट ਬਹੁਤ ਸਾਫ਼ ਕਰਨਾ ਸੀ। ਔਰ ਅਸੀਂ ਕਹਿ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਸਾਡੇ ਦਰਖਤ ਨੇ, ਠੀਕ ਹੈ, ਇੱਕ ਇੱਕ ਦੋ ਦੋ ਹੈਗੇ ਨੇ, ਬਟ ਮੇਨ ਸੜਕਾਂ ਦੇ ਨਾਲ ਨਹੀਂ ਜਿੱਥੇ ਪਹਿਲਾਂ ਸੀਗੇ। ਸਾਡੇ ਟਿਊਬਵੈਲਾਂ ਦੇ ਉੱਤੇ ਜਿਹੜੇ ਸੀ ਦਰਖਤ ਹੁੰਦੇ ਸੀ, ਅੱਜ ਕਈਆਂ ਦੇ ਹੈ, ਕਈਆਂ ਨੇ ਵੱਢ ਦਿੱਤੇ ਨੇ। ਸੋ ਇਹ ਸਾਰੇ ਫੈਕਟਰ ਨੇ ਜਿਹੜੇ এনवायरमेंट ਨੂੰ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ। ਹੁਣ ਤੁਸੀਂ ਕਿਹਾ ਨੈਸ਼ਨਲ ਹਾਈਵੇ ਦੇ ਨਾਲ ਨਹੀਂ ਹੈਗੇ, ਜੇ ਨੈਸ਼ਨਲ ਹਾਈਵੇ ਦੇ ਨਾਲ ਹੀ ਦਰਖਤ ਲੱਗਣ, ਦੇਖੋ ਕਿੰਨੇ ਦਰਖਤ ਲੱਗਣਗੇ, ਬਹੁਤ ਜ਼ਿਆਦਾ ਪਹਿਲਾਂ ਵੀ ਹੁੰਦੇ ਸੀ ਨਾ, ਹੁਣ ਤੁਸੀਂ ਤੁਸੀਂ ਦੇਖੋ ਕਿ ਉਹ ਸਾਰਾ ਪੋਲੂਸ਼ਨ ਕਿੰਨਾ ਕੰਟਰੋਲ ਕਰਨਗੇ। ਸਾਨੂੰ ਨਾ ਸਿਰਫ ਪਰਾਲੀ ਬਾਰੇ ਸੋਚਣਾ ਪਏਗਾ, ਸਾਨੂੰ ਘਟ ਰਹੇ ਦਰਖਤਾਂ ਬਾਰੇ ਵੀ ਸੋਚਣਾ ਪਏਗਾ। ਔਰ ਤੁਸੀਂ ਦੇਖਦੇ ਹੋ ਕਿ ਅੱਗ ਜਦੋਂ ਲਾਈ ਜਾਂਦੀ ਹੈ ਉਹ ਟਾਈਮ ਵੀ ਨਹੀਂ ਦੇਖਿਆ ਜਾਂਦਾ। ਲਾਸਟ ਟਾਈਮ ਤੁਸੀਂ ਦੇਖਿਆ ਹੈ ਕਿ ਇੱਕ ਕੇਸ ਆਇਆ ਸੀ ਕਿ ਜਦੋਂ ਸਕੂਲ ਦੇ ਬੱਚਿਆਂ ਦੀ ਜਿਹੜੀ ਹੈਗੀ ਆ ਵਹੀਕਲ, ਉਹਨੂੰ ਵੀ ਅੱਗ ਲੱਗਣ ਲੱਗੀ ਸੀ। ਸੋ ਅਸੀਂ ਇੰਨੇ ਕੁ ਹੁਣ ਸੈਲਫਿਸ਼ ਹੋ ਚੁੱਕੇ ਆ ਕਿ ਸਿਰਫ ਸਾਨੂੰ ਅਗਲੀ ਖੇਤੀ ਦਿਖ ਰਹੀ ਹੈ, ਸਾਨੂੰ ਨਾ ਤਾਂ ਆਪਣੇ ਬੱਚੇ ਦਿਖ ਰਹੇ ਨੇ, ਨਾ ਪੋਲੂਸ਼ਨ ਦਿਖ ਰਿਹਾ, ਨਾ ਸਾਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਿਖ ਰਹੀਆਂ। ਸੋ ਸਾਨੂੰ ਸੋਚਣਾ ਪਏਗਾ ਕਿ ਖੇਤੀ ਨੂੰ ਇੱਕ ਤਾਂ ਅਸੀਂ ਬਦਲੀਏ, ਉਹਦੇ ਢੁਕਵੇਂ ਪ੍ਰਬੰਧ ਕਰੀਏ, ਉਹਦੇ ਲਈ ਨਵੀਂ ਟੈਕਨੋਲੋਜੀ ਯੂਜ਼ ਕਰੀਏ। ਠੀਕ ਹੈ, ਡਾਇਰੈਕਟ ਸੀਡਿੰਗ ਵੀ ਇੱਕ ਸੋਲੂਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈ, ਜਾਂ ਅਸੀਂ ਗੱਲ ਕਰ ਲਈਏ ਕਿ ਬਾਇਓਡੀਗ੍ਰੇਡੇਬਲ ਜਿਹੜੇ ਅਸੀਂ ਯੂਜ਼ ਕਰ ਰਹੇ ਹਾਂ ਪਰਾਲੀ ਨੂੰ ਸਾੜਨ ਲਈ, ਉਹ ਚੱਲ ਰਹੇ ਨੇ, ਬਟ ਇਹਦੇ ਤੋਂ ਬਿਨਾਂ ਵੀ ਸਾਨੂੰ ਬਹੁਤ ਕੁਝ ਅਜੇ ਲੱਭਣ ਦੀ ਜ਼ਰੂਰਤ ਹੈ। ਪਰ ਜਿਵੇਂ ਤੁਸੀਂ ਕਿਹਾ ਹੈ ਕਿ ਹਨਾ ਕਿ ਦਰਖਤ ਵਗੈਰਾ ਹੋਏ ਕੁਝ ਵੀ, ਪਰ ਜਿਹੜੀ ਪਰਾਲੀ ਜਲਾਈ ਜਾ ਰਹੀ ਹੈ, ਠੀਕ ਹੈ, ਕਿ ਕਿਸਾਨਾਂ ਕੋਲ ਫਿਰ ਦੂਸਰੀ ਆਪਸ਼ਨ ਕੀ ਆ ਰਹੀ ਹੈ? ਕਿਉਂਕਿ ਪੰਜਾਬ ਜਿਹੜਾ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ, ਠੀਕ ਹੈ, ਜਿੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਬਾਕੀ ਜਿਹੜੇ ਰਾਜ ਨੇ ਉਹ ਵੀ ਜਿਹੜੇ ਪੰਜਾਬ ਤੋਂ ਹੀ ਰੱਜਦੇ ਨੇ, ਆਪਾਂ ਇਹ ਕਹਿ ਸਕਦੇ ਹਾਂ ਹਨਾ। ਤੇ ਫਿਰ ਸੋਲੂਸ਼ਨ ਕੀ ਆ? ਕਿਉਂਕਿ ਤੁਸੀਂ ਐਗਰੀਕਲਚਰ ਡਿਪਾਰਟਮੈਂਟ ਦੇ ਹੋ, ਤੁਸੀਂ ਵੀ ਰਿਸਰਚ ਕਰਦੇ ਹੋ, ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸੋਚੀਆਂ ਨੇ, ਕੋਈ ਨਵੇਂ ਆਈਡੀਆਜ਼ ਹੋਣ? ਦੇਖੋ, ਜਿੱਥੇ ਤੱਕ ਪਰਾਲੀ ਤੇ ਤੂੜੀ ਦੀ ਗੱਲ ਹੈ, ਇਹ ਸਿਰਫ ਅੱਜ ਦਾ ਨਹੀਂ, ਬਹੁਤ ਪਹਿਲਾਂ ਤੋਂ ਯੂਜ਼ ਹੋ ਰਿਹਾ ਹੈ ਕਿ ਅਸੀਂ ਤੂੜੀ ਤੇ ਪਰਾਲੀ ਤੋਂ ਖੁੰਬਾਂ ਉਗਾ ਰਹੇ ਹਾਂ, ਉਹਨਾਂ ਦੇ ਵਿੱਚ ਖੁੰਬਾਂ ਉਗਾਈਆਂ ਜਾ ਸਕਦੀਆਂ। ਸੋ ਤੁਹਾਨੂੰ ਪਤਾ ਹੈ ਕਿ ਖੁੰਬਾਂ ਦਾ ਵੀ ਕਾਫੀ ਰੇਟ ਜਿਹੜਾ ਹੈ ਮਾਰਕੀਟ ਸਾਨੂੰ ਮਿਲਦਾ ਹੈ। ਦੂਜੇ ਪਾਸੇ ਪੰਜਾਬ ਗਵਰਨਮੈਂਟ ਨੇ ਹੁਣ ਫੈਕਟਰੀਜ਼ ਵੀ ਸ਼ੁਰੂ ਕੀਤੀਆਂ ਜਿਹਦੇ ਵਿੱਚ ਜਿਹੜਾ ਹੈ ਪਰਾਲੀ ਤੋਂ ਇਥਨੋਲ ਬਣੇਗਾ, ਤੇ ਇਥਨੋਲ ਜਿਹੜਾ ਹੈ ਐਜ਼ ਅ ਫਿਊਲ ਯੂਜ਼ ਹੋਏਗਾ। ਸੋ ਉਹ ਵੀ ਇੱਕ ਵਧੀਆ ਆਪਸ਼ਨ ਹੈ। ਪਰ ਕਹਾਣੀ ਫਿਰ ਉਹੀ ਹੈ ਕਿ ਜਦੋਂ ਅਸੀਂ ਇਨੀਸ਼ੀਅਲ ਸਟੇਜ ਤੇ ਕੰਮ ਨਹੀਂ ਕਰਾਂਗੇ, ਜਦੋਂ ਉਹਦੇ ਪਰਾਲੀ ਦੀ ਕਲੈਕਸ਼ਨ ਤੇ ਕੰਮ ਨਹੀਂ ਕਰਾਂਗੇ, ਉਨੀ ਦੇਰ ਤੱਕ ਅਸੀਂ ਜੋ ਮਰਜ਼ੀ ਸ਼ੁਰੂ ਕਰ ਲਈਏ ਉਹਦਾ ਕੋਈ ਫਾਇਦਾ ਨਹੀਂ। ਪਰ ਜੇ ਪ੍ਰੋਪਰਲੀ ਕਿਸਾਨਾਂ ਕੋਲ ਰਿਸੋਰਸਿਸ ਹੋਣਗੇ, ਰਿਸੋਰਸਿਸ ਪਹੁੰਚਣਗੇ, ਤਾਂ ਹੀ ਉਹ ਕੰਮ ਕਰ ਪਾਉਣਗੇ ਨਾ, ਜੇ ਉਹਨਾਂ ਕੋਲ ਪ੍ਰੋਪਰ ਗਾਈਡੈਂਸ ਹੋਏਗੀ। ਪਰ ਇੱਥੇ ਤਾਂ ਫਿਰ ਸਰਕਾਰ ਹੀ ਫੇਲ ਹੁੰਦੀ ਹੈ, ਜਦੋਂ ਤੱਕ ਉਹ ਚੀਜ਼ ਪ੍ਰੋਵਾਈਡ ਹੀ ਨਹੀਂ ਕਰ ਪਾ ਰਹੇਗੀ, ਤੁਸੀਂ ਕਿਸਾਨਾਂ ਨੂੰ ਦੇ ਹੀ ਨਹੀਂ ਪਾ ਰਹੇ ਹੋ ਚੀਜ਼, ਫਿਰ ਉਹਨਾਂ ਕੋਲ ਕੋਈ ਆਪਸ਼ਨ ਹੀ ਨਹੀਂ ਬਚਦੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਕੁਝ ਹੋਰ ਰਹਿ ਹੀ ਨਹੀਂ ਜਾਂਦਾ। ਨਹੀਂ, ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਸਹੀ ਕਹਿ ਰਹੇ ਹੋ, ਬਟ ਉਹਦੇ ਵਿੱਚ ਮੈਂ ਤੁਹਾਨੂੰ ਉਹ ਵੀ ਦੋ ਤਿੰਨ ਚੀਜ਼ਾਂ ਪਹਿਲਾਂ ਵੀ ਦੱਸੀਆਂ ਕਿ ਠੀਕ ਹੈ, ਉਹਨੂੰ ਸਾੜਨਾ ਉਹਦੀ ਹੁਣ ਮਜਬੂਰੀ ਬਣ ਚੁੱਕਾ ਹੈ, ਪਰ ਇੱਕ ਜਿਹੜਾ ਕ੍ਰੌਪ ਅਲਟਰਨੇਟਿਵ ਹੈ, ਮੈਂ ਫਿਰ ਉੱਤੇ ਹੀ ਜ਼ੋਰ ਦੇ ਰਿਹਾ, ਜਿਹੜਾ ਕ੍ਰੌਪ ਅਲਟਰਨੇਟਿਵ ਹੈ ਕਿ ਝੋਨੇ ਦੀ ਜਗ੍ਹਾ ਕੋਈ ਹੋਰ ਕ੍ਰੌਪ, ਉਹਦੇ ਵੱਲ ਸਾਨੂੰ ਫੋਕਸ ਜ਼ਿਆਦਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਸਾਨਾਂ ਨੂੰ ਉਹ ਫਸਲਾਂ ਦਈਏ ਜਿਹੜੀਆਂ ਜ਼ਿਆਦਾ ਲਾਹੇਵੰਦ ਹੋਣ ਔਰ ਜਿਹਨੂੰ ਝੋਨਾ ਛੱਡਣ, ਔਰ ਇਸ ਵੱਲ ਨੂੰ ਸਾਨੂੰ ਕੰਮ ਕਰਨਾ ਪਏਗਾ। ਹੁਣ ਦੇਖੋ, ਮੈਂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਉੱਥੇ ਤੁਸੀਂ ਦੇਖੋਗੇ ਲੋਕੀ ਕਈ ਵਾਰ ਝੋਨਾ ਨਹੀਂ ਲਗਾਉਂਦੇ, ਉਹ ਜਗ੍ਹਾ ਛੱਡ ਦਿੰਦੇ ਨੇ ਕਿਉਂਕਿ ਉਸ ਜਗ੍ਹਾ ਤੇ ਫਿਰ ਆਲੂ ਲਗਾਉਂਦੇ ਨੇ। ਠੀਕ ਹੈ, ਸੋ ਅਲਟਰਨੇਟਿਵ ਸਾਨੂੰ ਦੇਖਣੇ ਪੈਣਗੇ। ਹੁਣ ਤਾਂ ਹਾਲਤ ਇਹ ਹੈ ਕਿ ਤੁਸੀਂ ਦੇਖੋ ਬਠਿੰਡਾ ਏਰੀਆ ਜਿਹਦੇ ਵਿੱਚ ਪਾਣੀ ਦੀ ਦਿੱਕਤ ਹੈ, ਉੱਥੇ ਅਸੀਂ ਝੋਨਾ ਲਗਾ ਰਹੇ ਹਾਂ। ਠੀਕ ਹੈ, ਹੁਣ ਹਵਾ ਦਾ ਲੈਵਲ, ਜਿੱਥੇ ਤੱਕ ਅਸੀਂ ਪੋਲੂਸ਼ਨ ਤੇ ਗੱਲ ਕਰ ਰਹੇ ਹਾਂ, ਪੋਲੂਸ਼ਨ ਦੋ ਤਰ੍ਹਾਂ ਦੇ ਨੇ, ਪਾਣੀ ਦਾ ਵੀ ਪੋਲੂਸ਼ਨ ਹੀ ਹੈ। ਤੁਸੀਂ ਦੇਖੋ ਕਿ ਕਿਤੇ ਹੈਵੀ ਮੈਟਲਸ ਕਦੇ ਪਾਣੀ 'ਚ ਨਹੀਂ ਮਿਲਦੀਆਂ ਸੀ, ਅੱਜ ਸਾਡੇ ਪਾਣੀ 'ਚ ਹੈਵੀ ਮੈਟਲ ਹੈ ਔਰ ਕੈਂਸਰ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਕਿ ਸਿਰਫ ਅਸੀਂ ਪੈਸਾ ਹੁਣ ਕਮਾ ਲਿਆ ਉਹ ਸਾਡੇ ਲਈ ਲਾਹੇਵੰਦ ਹੈ ਕਿ ਅਗਲੀਆਂ ਜਿਹੜੀਆਂ ਪੀੜ੍ਹੀਆਂ ਨੇ ਸਾਡੀਆਂ, ਉਹਨਾਂ ਨੂੰ ਵੀ ਅਸੀਂ ਇੱਕ ਵਧੀਆ এনवायरमेंट ਦੇ। ਇਹ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਸੋਚਣਾ ਪਏਗਾ। ਔਰ ਠੀਕ ਹੈ, ਝੋਨੇ ਦੀ ਪਰਾਲੀ ਦੀ ਇਹ ਸਭ ਤੋਂ ਵੱਡੀ ਦਿੱਕਤ ਹੈ, ਪਰ ਮੈਨੂੰ ਦੋ ਤਿੰਨ ਚੀਜ਼ਾਂ ਅੱਜ ਵੀ ਨਹੀਂ ਸਮਝ ਆਈਆਂ ਕਿ ਜਿਹੜਾ ਝੋਨੇ ਦੇ ਪਰਾਲੀ ਦਾ ਧੂਆਂ ਪੰਜਾਬ ਤੋਂ ਹੋ ਰਿਹਾ, ਸਿਰਫ ਉਹੀ ਦਿੱਲੀ ਨੂੰ ਪੋਲਿਊਟ ਕਰ ਰਿਹਾ। ਹੁਣ ਨਾ ਤਾਂ ਪਾਕਿਸਤਾਨ ਦਾ ਬਾਰਡਰ ਟੱਪ ਕੇ ਆਂਦਾ, ਕਿਉਂਕਿ ਪਾਕਿਸਤਾਨ ਵਿੱਚ ਵੀ ਤਾਂ ਝੋਨਾ ਹੈ, ਉਹ ਵੀ ਤਾਂ ਅੱਗ ਲਾਉਂਦੇ ਨੇ, ਨਾ ਤਾਂ ਉਹ ਬਾਰਡਰ ਟੱਪਦਾ ਕਿਉਂਕਿ ਉਹਨੂੰ ਪਤਾ ਹੈ ਇੱਧਰ ਇੰਡੀਆ ਸ਼ੁਰੂ ਹੋ ਗਿਆ, ਨਾ ਉਹ ਪੰਜਾਬ ਤੋਂ ਬਾਅਦ ਹਰਿਆਣਾ ਜਿਹੜਾ ਹੈ ਉਹਦੇ ਵਿੱਚੋਂ ਹੁੰਦਾ ਹੈ ਕਿਉਂਕਿ ਉਹਨੂੰ ਪਤਾ ਹੋ ਗਿਆ ਵੀ ਹੁਣ ਨਵੀਂ ਸਟੇਟ ਸ਼ੁਰੂ ਹੋ ਗਈ ਹੈ, ਨਾ ਉਹ ਯੂਪੀ ਵੱਲੋਂ ਆਂਦਾ।
ਉਹ ਸਿਰਫ ਪੰਜਾਬ 'ਚੋਂ ਪੈਦਾ ਹੁੰਦਾ। ਔਰ ਇਹ ਚੀਜ਼ਾਂ ਮੈਨੂੰ ਅੱਜ ਤੱਕ ਸਮਝ ਨਹੀਂ ਆਈਆਂ ਕਿ ਗਵਰਨਮੈਂਟ ਜਾਂ ਜਿਹੜੇ ਅਦਾਰੇ ਨੇ ਉਹ ਇਹ ਪੋਲਿਟਿਕਸ ਕਿਉਂ ਖੇਡ ਰਹੇ ਨੇ ਔਰ ਕਿਉਂ ਨਹੀਂ ਆਪਣੇ এনवायरमेंट ਵੱਲ ਧਿਆਨ ਦੇ ਰਹੇ। ਦੇਖੋ ਪਰਾਲੀ ਸਾੜਨਾ ਚਾਹੇ ਉਹ ਪੰਜਾਬ 'ਚ ਸੜ ਰਹੀ ਹੈ, ਚਾਹੇ ਹਰਿਆਣੇ 'ਚ ਸੜ ਰਹੀ ਹੈ, ਚਾਹੇ ਯੂਪੀ 'ਚ ਸੜ ਰਹੀ ਹੈ, ਚਾਹੇ ਉਹ ਕਿਸੇ ਹੋਰ ਦੇਸ਼ 'ਚ ਸੜ ਰਹੀ ਹੈ, ਉਹ ਹਾਰਮਫੁਲ ਹੈ, ਉਹਨੂੰ ਘਟਾਉਣਾ ਚਾਹੀਦਾ ਹੈ। ਬਟ ਹਾਂ ਸਿਰਫ ਇੱਕ ਸਟੇਟ ਤੇ ਜਾਂ ਸਿਰਫ ਇੱਕ ਸਟੇਟ ਦੇ ਕਿਸਾਨਾਂ ਤੇ ਫੋਕਸ ਕਰਨਾ ਉਹ ਸਹੀ ਨਹੀਂ। ਤੇ ਬਿਲਕੁਲ ਦੇਖੋ ਜਿਵੇਂ ਤੁਸੀਂ ਰਿਸਰਚ ਕਰ ਰਹੇ ਹੋਗੇ, ਰਿਸਰਚਰਸ ਹੋਗੇ, ਸਰਕਾਰ ਹੋਗੀ, ਕਿਉਂਕਿ ਕਿਸਾਨ ਨੇ ਜਿਹੜੇ ਮੋਸਟਲੀ ਕਿਸਾਨ ਲੱਗਦੇ ਨੇ ਜਿਹੜੇ ਜਿੰਨੀ ਕਿ ਨੌਲੇਜ ਹੈ ਕਿ ਪੜ੍ਹੇ ਲਿਖੇ ਨਹੀਂ ਹੁੰਦੇ, ਠੀਕ ਹੈ, ਉਹਨਾਂ ਨੂੰ ਗਾਈਡ ਕਰਨਾ ਸਰਕਾਰ ਦਾ ਵੀ ਫਰਜ਼ ਬਣਦਾ ਹੈ। ਤੁਹਾਡੇ ਵਰਗੇ ਰਿਸਰਚਰ ਨੇ ਉਹ ਵੀ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਣ, ਸਰਕਾਰ ਅੱਗੇ ਲੈ ਕੇ ਆਉਣ, ਤਾਂ ਕਿ ਜਿਹੜਾ ਇਹ ਸੋਲੂਸ਼ਨ ਹੋ ਸਕੇ, ਕਿਸਾਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਜਾ ਸਕੇ। ਜਿੱਦਾਂ ਕੈਂਪ ਵਗੈਰਾ ਲਗਾਏ ਜਾਣ, ਜਿਵੇਂ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲਾ ਲੱਗਦਾ ਹੈ ਹਨਾ, ਕਿ ਪ੍ਰੋਪਰ ਕਿਸਾਨਾਂ ਨੂੰ ਗਾਈਡੈਂਸ ਦਿੱਤੀ ਜਾਵੇ, ਉਹਨਾਂ ਨੂੰ ਸੋਰਸਸ ਦਿੱਤੇ ਜਾਣ, ਤਾਂ ਜੋ ਜਿਹੜਾ ਇਹ ਸੋਲੂਸ਼ਨ ਹੋ ਸਕੇ, ਨਾ ਕਿ ਉਹਨਾਂ ਤੇ ਬਲੇਮ ਲਗਾਇਆ ਜਾ ਸਕੇ। ਬਿਲਕੁਲ ਦੇਖੋ ਇੱਕ ਛੋਟੀ ਜਿਹੀ ਐਡਵਾਈਸ ਮੈਂ ਹਰ ਵਾਰ ਦਿੰਦਾ ਹੁੰਦਾ, ਪੰਜਾਬ ਗਵਰਨਮੈਂਟ ਨੂੰ ਵੀ ਉਹ ਐਡਵਾਈਸ ਦੇ ਰਿਹਾ ਕਿ ਦੇਖੋ ਸਾਡੇ ਕੋਲ ਚਾਹੇ ਐਗਰੀਕਲਚਰ ਡਿਪਾਰਟਮੈਂਟ ਹੈ, ਚਾਹੇ ਹਾਰਟੀਕਲਚਰ ਡਿਪਾਰਟਮੈਂਟ ਹੈ, ਔਰ ਕੁਝ ਮਹੀਨਿਆਂ ਤੋਂ ਤੁਹਾਨੂੰ ਪਤਾ ਹੈ ਕਿ ਸਰਕਾਰੀ ਜ਼ਮੀਨਾਂ ਦਾ ਬਹੁਤ ਰੌਲਾ ਚੱਲ ਰਿਹਾ ਹੈ, ਪੰਚਾਇਤੀ ਜ਼ਮੀਨਾਂ ਤੇ ਕਿਉਂ ਨਹੀਂ ਅਸੀਂ ਉਹਨਾਂ ਵਿੱਚੋਂ ਕੁਝ ਮਾਡਲ ਸੈਂਟਰ ਸ਼ੁਰੂ ਕਰਦੇ ਉਸ ਜ਼ਮੀਨ ਦੇ ਵਿੱਚ, ਜਿਹੜੇ ਅਸੀਂ ਐਗਰੀਕਲਚਰ ਡਿਪਾਰਟਮੈਂਟ ਨੂੰ ਦਈਏ, ਹਾਰਟੀਕਲਚਰ ਡਿਪਾਰਟਮੈਂਟ ਨੂੰ ਦਈਏ, ਉੱਥੇ ਉਹ ਬਾਗ ਸਥਾਪਿਤ ਕਰਨ ਜਿਹੜੇ ਕਿਸਾਨਾਂ ਲਈ ਲਾਈਵ ਜਿਹੜਾ ਹੈ ਪ੍ਰੋਜੈਕਟ ਹੋ, ਉਹਨਾਂ ਨੂੰ ਆਪਣੀ ਅੱਖੀ ਦੇਖਣ ਵੀ ਇਹ ਇੰਨੀ ਦੇਰ ਚ ਪੌਦੇ ਡਿਵੈਲਪ ਹੋਏ ਨੇ, ਇਹਨਾਂ ਨੂੰ ਫਲ ਲੱਗ ਰਿਹਾ, ਇੰਨੀ ਸਾਡੀ ਪ੍ਰੋਡਕਸ਼ਨ ਹੋ ਰਹੀ ਹੈ। ਦੇਖੋ ਅੱਜ ਫਰੂਟਸ ਦੀ ਡਿਮਾਂਡ ਕਿਤੇ ਵੀ ਘੱਟ ਨਹੀਂ ਹੈ, ਠੀਕ। ਇਸੇ ਤਰ੍ਹਾਂ ਕਈ ਹੋਰ ਕ੍ਰੌਪਸ ਨੇ, ਮੈਂ ਫਲੋਰੀਕਲਚਰ ਦੀ ਗੱਲ ਕਰ ਲਾਂ, ਫੁੱਲਾਂ ਦੀ ਗੱਲ ਕਰ ਲਾਂ, ਅੱਜ ਗੇਂਦਾ ਹੀ ਇੱਕ ਆਮ ਕ੍ਰੌਪ ਹੈ ਗੇਂਦਾ, ਉਹ ਜਦੋਂ ਤੁਸੀਂ ਮਾਰਕੀਟ 'ਚ ਰੇਟ ਪੁੱਛਣ ਜਾਂਦੇ ਹੋ 200 ਰੁਪਏ ਕਿਲੋ ਤੁਹਾਨੂੰ ਵਿਕ ਰਿਹਾ, ਤੇ ਕਿਸਾਨ ਤੋਂ ਉਹ 120 ਤੋਂ 150 ਰੁਪਏ ਕਿਲੋ ਚੱਕਿਆ ਜਾ ਰਿਹਾ, ਕੀ ਉਹ ਅਲਟਰਨੇਟਿਵ ਨਹੀਂ ਹੈ? ਔਰ ਦੀਵਾਲੀ ਦੇ ਨੇੜੇ ਜਦੋਂ ਗੇਂਦਾ ਆ ਰਿਹਾ, ਅਸੀਂ ਤਾਂ ਕਲਕੱਤਾ ਤੋਂ ਮੰਗਵਾ ਰਹੇ ਹਾਂ, ਪੰਜਾਬ ਵਾਲੇ, ਜੋ ਸਾਡੇ ਲੋਕਲ ਉਹ ਉੱਗ ਸਕਦਾ ਹੈ, ਹੁੰਦਾ ਹੈ ਗੇਂਦਾ ਸਾਡੇ, ਤਾਂ ਅਸੀਂ ਉਹਦੇ ਬਾਰੇ ਕਿਉਂ ਨਹੀਂ ਸੋਚ ਰਹੇ? ਸੋ ਪਰਾਲੀ ਨੂੰ ਜਲਾਉਣ ਦੇ ਪਿੱਛੇ ਕਈ ਰੀਜ਼ਨਾਂ ਪਿੱਛੇ ਸਾਨੂੰ ਕੰਮ ਕਰਨਾ ਪਏਗਾ। ਇੱਕ ਤਾਂ ਉਹਦੀ ਡਾਈਵਰਸਿਫਿਕੇਸ਼ਨ, ਉਹਦੀ ਜਗ੍ਹਾ ਹੋਰ ਕ੍ਰੌਪ, ਦੂਜਾ ਉਹਦੀ ਪਰਾਲੀ ਦੇ ਸਾਂਭ ਸੰਭਾਲ ਬਾਰੇ, ਤੀਜਾ ਉਹਦੀ ਟਾਈਮਿੰਗ ਬਾਰੇ। ਜਾਂ ਤਾਂ ਅਸੀਂ ਕੋਈ ਕਣਕ ਦੀਆਂ ਇਦਾਂ ਦੀਆਂ ਵੈਰਾਈਟੀਆਂ ਜ਼ਿਆਦਾ ਡਿਵੈਲਪ ਕਰੀਏ ਜਿਹੜੀਆਂ ਲੇਟ ਮੈਚੂਰਿੰਗ ਹੋਣ, ਜਿਹੜੀਆਂ ਆਰਾਮ ਨਾਲ ਲੱਗ ਸਕਣ, ਕਿਸਾਨਾਂ ਨੂੰ ਉਹਨਾਂ ਟਾਈਮ ਮਿਲੇ। ਝੋਨੇ ਦੀਆਂ ਅਰਲੀ ਮੈਚੂਰਿੰਗ ਵੈਰਾਈਟੀਆਂ ਦੇਖੀਆਂ ਜਾਣ। ਸੋ ਇਹ ਸਾਰਾ ਕੁਝ ਤੇ ਜਦੋਂ ਕੰਮ ਹੋਏਗਾ ਤਾਂ ਮੈਨੂੰ ਲੱਗਦਾ ਪਰਾਲੀ ਦਾ ਸੋਲੂਸ਼ਨ ਨਿਕਲੇਗਾ। ਹਾਂ, ਪਰ ਜੇ ਅਸੀਂ ਬੰਦ ਕਰਨਾ ਚਾਹੁੰਦੇ ਆ ਝੋਨੇ ਨੂੰ ਜਾਂ ਪਰਾਲੀ ਨੂੰ, ਤਾਂ ਫਿਰ ਡੈਫੀਨੇਟਲੀ ਸਾਨੂੰ ਉੱਤੇ ਕੰਮ ਵੀ ਬੰਦ ਕਰਨਾ ਪਏਗਾ। ਬਿਲਕੁਲ, ਦੇਖੋ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਸਰਕਾਰ ਤੇ ਔਰ ਜੋ ਵੀ ਰਿਸਰਚਰਸ ਨੇ ਉਹਨਾਂ ਤੇ, ਠੀਕ ਹੈ। ਜਿਵੇਂ ਤਰੀਕੇ ਨਾਲ ਉਹ ਕੰਮ ਕਰਨਗੇ, ਗਾਈਡ ਕਰੇਗੀ ਸਰਕਾਰ, ਕਿਸਾਨਾਂ ਨੂੰ ਮਦਦ ਕਰੇਗੀ, ਤਾਂ ਹੀ ਜਿਹੜੇ ਕਿਸਾਨ ਉਹ ਅੱਗੇ ਕੰਮ ਕਰ ਪਾਣਗੇ। ਬਿਲਕੁਲ, ਦੇਖੋ ਜਿਹੜੇ ਕਹਿ ਲਈਏ ਕਿ ਕਿਸਾਨ ਬਹੁਤ ਜਾਗਰੂਕ ਹੋਏ ਨੇ, ਅੱਜ ਬਹੁਤ ਜ਼ਿਆਦਾ ਅਵਾਰਡ ਵੀ ਉਹਨਾਂ ਨੂੰ ਮਿਲੇ ਨੇ, ਉਹ ਨੇ ਜਿਨ੍ਹਾਂ ਨੇ ਦੁਨੀਆ ਤੋਂ ਹਟ ਕੇ ਕੰਮ ਕੀਤਾ। ਦੇਖੋ ਸਰਕਾਰਾਂ ਤੇ ਸਾਰਾ ਕੁਝ ਅਸੀਂ ਨਹੀਂ ਛੱਡ ਸਕਦੇ, ਸਰਕਾਰਾਂ ਨੇ ਅੱਜ ਤੱਕ ਸਾਡੇ ਲਈ ਕੀ ਕੀਤਾ ਹੈ ਜਾਂ ਅਸੀਂ ਸਰਕਾਰਾਂ ਲਈ ਕੀ ਕੀਤਾ, ਉਹ ਬਹੁਤ ਲੰਬਾ ਵਿਸ਼ਾ ਹੈ। ਹਾਂ, ਪਰ ਇਹ ਹੈ ਕਿ ਕਿਸਾਨਾਂ ਨੂੰ ਆਪ ਵੀ ਇਨੀਸ਼ੀਏਟਿਵ ਲੈਣਾ ਪਏਗਾ ਤੇ ਸਰਕਾਰ ਨੂੰ ਵੀ ਉਹਦੇ ਤੇ ਫੋਕਸ ਕਰਨਾ। ਪਰ ਇਹ ਵੀ ਹੈ, ਜੋ ਸਰਕਾਰ ਤੋਂ ਉਲਟਾ ਚੱਲਦਾ ਹੈ ਫਿਰ ਪ੍ਰੋਬਲਮ ਹੀ ਤੇ ਹੁੰਦੀ ਹੈ ਨਾ। ਜੀ ਹਾਂ, ਤੁਸੀਂ ਉਹ ਗੱਲਾਂ ਜਿਹੜੀਆਂ ਕਹਿ ਰਹੇ ਹੋ ਠੀਕ ਹੈ ਕਿ ਸਾਨੂੰ ਸਿਸਟਮ 'ਚ ਰਹਿ ਕੇ ਕੰਮ ਕਰਨਾ ਚਾਹੀਦਾ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਜੋ ਵੀ ਇਨਫੋਰਮੇਸ਼ਨ ਸੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਜੋ ਵੀ ਪਰਾਲੀ ਦੀ ਸਮੱਸਿਆ ਆ ਰਹੀ ਹੈ, ਸਿਰਫ ਪਰਾਲੀ ਹੀ ਜ਼ਿੰਮੇਵਾਰ ਨਹੀਂ ਹੈ ਔਰ ਸਿਰਫ ਪੰਜਾਬ ਹੀ ਜ਼ਿੰਮੇਵਾਰ ਨਹੀਂ ਹੈ। ਜੋ ਵੀ ਪੋਲਿਊਸ਼ਨ ਹੋ ਰਿਹਾ ਹੈ, ਤਾਂ ਜਿਹੜਾ ਸਰਕਾਰ ਨੂੰ ਹੈ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਜੋ ਵੀ ਸਰਕਾਰ ਗਾਈਡਲਾਈਨਸ ਦੇਗੀ ਉਹਨਾਂ ਦੇ ਆਧਾਰ ਤੇ ਹੀ ਜੋ ਵੀ ਰਿਸਰਚ ਹੋ ਰਹੀਆਂ ਨੇ ਉਹਨਾਂ ਤੇ ਕੰਮ ਹੋਏਗਾ, ਤਾਂ ਹੀ ਜਿਹੜੇ ਆ ਉਹ ਅੱਗੇ ਕਿਸਾਨ ਕੰਮ ਕਰ ਪਾਉਣਗੇ। ਸਿਰਫ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਦੇਣਾ ਹਰ ਇੱਕ ਚੀਜ਼ ਲਈ ਇਹ ਬਹੁਤ ਜ਼ਿਆਦਾ ਗਲਤ ਹੈ। ਸੋਚਣ ਦੀ ਜ਼ਰੂਰਤ ਹੈ ਸਰਕਾਰ ਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਅਲਟਰਨੇਟਿਵ ਲਿਆਂਦੇ ਜਾ ਸਕਦੇ ਨੇਗੇ, ਤੇ ਉਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਗਾਈਡ ਕੀਤਾ ਜਾਵੇ ਤਾਂ ਕਿ ਉਹ ਅੱਗੇ ਕੰਮ ਕਰ ਸਕਣ। ਧੰਨਵਾਦ।